ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਚੱਲ ਰਹੀ ਹੈ। ਕੱਲ੍ਹ 170 ਛੰਦ ਹੋ ਚੁੱਕੇ ਸਨ। ਅੱਜ 171ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਹਰ ਬੋਲ ਮਣਾ ਛੰਦ ਤਪ ਪ੍ਰਸਾਦ। ਇਹ ਛੰਦ ਦਾ ਨਾਮ ਹੈ ਹਰ ਬੋਲ ਮਨਾ ਤਪ ਪ੍ਰਸਾਦ। ਹੇ ਪਰਮਾਤਮਾ, ਤੇਰੀ ਕਿਰਪਾ ਨਾਲ ਇਹ ਮੈਂ ਛੰਦ ਲਿਖਣ ਲੱਗਾ ਹਾਂ। ਦਸਮ ਪਾਤਸ਼ਾਹ ਕਹਿ ਰਹੇ ਨੇ, ਪਰਮਾਤਮਾ ਨੂੰ ਕਹਿੰਦੇ ਕਰਨਾਲਿਆ ਹੈ ਅਰ ਘਾਲਿਆ ਹੈ, ਖਲ ਖੰਡਨ ਹੈ, ਮਹਿ ਮੰਡਨ ਹੈ। ਕਰਨਾਲਿਆ ਹੈ, ਕਰਨਾਲਿਆ ਦੋ ਸ਼ਬਦਾਂ ਤੋਂ ਬਣਿਆ ਹੋਇਆ। ਕਰੁਣਾ ਆਲਿਆ, ਜਦੋਂ ਇਕੱਠਾ ਕੀਤਾ ਜਾਂਦਾ ਆਲਿਆ ਦਾ ਜਿਹੜਾ ਆੜਾ ਹੈ ਉਹ ਖਤਮ ਹੋ ਜਾਂਦਾ ਹੈ ਅਤੇ ਉਹ ਕੰਨਾ ਬਣ ਜਾਂਦਾ ਹੈ। ਕਰਨਾਲਿਆ, ਜਦੋਂ ਇਹਨੂੰ ਸੰਧੀ ਛੇਦ ਕਰਨਾ ਹੈ ਅਤੇ ਦੋ ਹਿੱਸੇ ਕਰਨੇ, ਫਿਰ ਉਹਨੇ ਕਰਨਾਲਿਆ ਕਰੁਣਾ ਆਲਿਆ ਇਕੱਠਾ ਕੀਤਾ। ਕਰੁਣਾਲਿਆ, ਕਰੁਣਾ ਦਇਆ ਨੂੰ ਕਹਿੰਦੇ ਨੇ, ਆਲਿਆ ਘਰ ਨੂੰ ਕਹਿੰਦੇ ਨੇ। ਜਿਵੇਂ ਹਿਮਾਲਿਆ ਹਿਮ ਬਰਫ ਨੂੰ ਕਹਿੰਦੇ ਨੇ, ਆਲਿਆ ਬਣੇ ਘਰ। ਹਿਮਾਲਿਆ ਪਰਬਤ ਨੂੰ ਕਹਿੰਦੇ ਬਰਫ ਦਾ ਘਰ। ਹਿਮਾਲਿਆ ਹਿਮ ਆਲਿਆ। ਕਰੁਣਾ ਆਲਿਆ ਦਇਆ ਦਾ ਘਰ। ਹੇ ਪਰਮਾਤਮਾ, ਤੂੰ ਦਇਆ ਦਾ ਘਰ ਹੈ। ਅਰ ਘਾਲਿਆ ਹੈ, ਅਰ ਦੁਸ਼ਮਣ ਨੂੰ ਕਹਿੰਦੇ ਨੇ, ਤੂੰ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ। ਅਰ ਘਾਲਿਆ ਹੈ, ਤੂੰ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ। ਕਰੁਣਾਲਿਆ ਹੈ, ਤੂੰ ਦਇਆ ਦਾ ਘਰ ਹੈ। ਭਾਵ ਤੂੰ ਬਹੁਤ ਦਿਆਲੂ ਹੈ, ਤੂੰ ਦਇਆ ਦਾ ਘਰ ਹੈ। ਵੈਰੀਆਂ ਨੂੰ ਮਾਰਨ ਵਾਲਾ ਹੈ। ਖਲ ਖੰਡਨ ਹੈ, ਖਲ ਮੂਰਖਾਂ ਨੂੰ ਕਹਿੰਦੇ ਨੇ, ਖਲ ਮੈਨੇ ਮੂਰਖ। ਖਲ ਖੰਡਨ ਹੈ, ਤੂੰ ਮੂਰਖਾਂ ਨੂੰ ਮਾਰਨ ਵਾਲਾ ਹੈ। ਮਹਿ ਮੰਡਨ ਹੈ, ਇਹਨੂੰ ਮਹਿ ਨਹੀਂ ਪੜ੍ਹਨਾ, ਬਿੰਦੀ ਲਾ ਕੇ ਨਹੀਂ ਪੜ੍ਹਨਾ। ਮਹਿ ਹੁੰਦੀ ਧਰਤੀ, ਜੇ ਮਹਿ ਪੜ੍ਹੋਗੇ ਤਾਂ ਉਹਦਾ ਅਰਥ ਹੈ ਵਿੱਚ। ਮਹਿ ਮੰਡਨ ਹੈ, ਤੂੰ ਧਰਤੀ ਨੂੰ ਸ਼ਿੰਗਾਰਨ ਵਾਲਾ ਹੈ। ਤੁਸੀਂ ਕਹੋਗੇ ਪਰਮਾਤਮਾ ਧਰਤੀ ਨੂੰ ਕਿਵੇਂ ਸ਼ਿੰਗਾਰਦਾ? ਆਹ ਫੁੱਲ ਨੇ, ਦਰਖਤ ਨੇ, ਨਦੀਆਂ ਨੇ, ਨਾਲੇ ਨੇ, ਪਹਾੜ ਨੇ, ਹਰਿਆਵਲ ਹੈ, ਵਨਸਪਤੀ ਹੈ, ਸਾਰੇ ਸੋਹਣੀ ਲੱਗਦੀ ਹੈ ਧਰਤੀ ਇਹਨਾਂ ਨਾਲ। ਜੇ ਮੰਨ ਲਓ ਕੋਈ ਦਰਖਤ ਨਾ ਹੋਵੇ, ਕੋਈ ਘਾਹ ਨਾ ਹੋਵੇ, ਕੁਛ ਵੀ ਨਾ ਹੋਵੇ ਤਾਂ ਬੰਜਰ ਧਰਤੀ ਸੋਹਣੀ ਨਹੀਂ ਲੱਗਦੀ। ਪਰਮਾਤਮਾ ਧਰਤੀ ਨੂੰ ਸ਼ਿੰਗਾਰਨ ਵਾਲਾ ਹੈ। ਮਹਿ ਮੰਡਨ ਹੈ, ਤੂੰ ਧਰਤੀ ਨੂੰ ਸ਼ਿੰਗਾਰਨ ਵਾਲਾ ਹੈ। ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ। ਜਗਤੇਸ਼ਵਰ ਹੈ, ਤੂੰ ਜਗਤ ਦਾ ਮਾਲਕ ਹੈ। ਜਗਤੇਸ਼ਵਰ ਦੋ ਸ਼ਬਦ ਬਣੇ, ਜਗਤ ਈਸ਼ਵਰ। ਜਦੋਂ ਜਗਤ ਈਸ਼ਵਰ ਨੂੰ ਇਕੱਠਾ ਕੀਤਾ ਹੋ ਗਿਆ ਜਗਤੇਸ਼ਵਰ। ਤੂੰ ਸੰਸਾਰ ਦਾ ਮਾਲਕ ਹੈ, ਪਰਮੇਸ਼ਵਰ ਹੈ। ਪਰਮ ਵੱਡੇ ਨੂੰ ਕਹਿੰਦੇ ਨੇ, ਤੂੰ ਵੱਡਾ ਮਾਲਕ ਹੈ ਤਾਂ ਸੰਸਾਰ ਦਾ ਮਾਲਕ, ਪਰ ਤੂੰ ਸਭ ਤੋਂ ਵੱਡਾ ਮਾਲਕ ਹੈ। ਪਰਮ ਸਭ ਤੋਂ ਵੱਡੇ ਨੂੰ ਕਹਿੰਦੇ ਨੇ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੈ। ਪਰਮ ਤੋਂ ਉੱਪਰ ਕੋਈ ਡਿਗਰੀ ਨਹੀਂ ਹੁੰਦੀ। ਜਿਵੇਂ ਗੁੱਡ ਤੋਂ ਉੱਪਰ ਤਾਂ ਬੈਟਰ ਹੋ ਗਈ, ਬੈਟਰ ਤੋਂ ਉੱਪਰ ਬੈਸਟ ਹੋ ਗਈ, ਇਸ ਤਰ੍ਹਾਂ ਪਰਮ ਦੇ ਉੱਪਰ ਕੋਈ ਡਿਗਰੀ ਨਹੀਂ। ਜਿਵੇਂ ਆਨੰਦ ਹੈ, ਇਹਦੇ ਉੱਪਰ ਕੋਈ ਡਿਗਰੀ ਨਹੀਂ, ਬਸ ਆਨੰਦ ਹੈ। ਉਹ ਸੁੱਖ ਜਿਹੜਾ ਸਦਾ ਰਹੇ ਉਹਨੂੰ ਕਹਿੰਦੇ ਆਨੰਦ। ਇਸ ਲਈ ਪਰਮਾਤਮਾ ਜਿਹੜਾ ਹੈ ਸੰਸਾਰ ਦਾ ਮਾਲਕ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ। ਤੂੰ ਸਭ ਤੋਂ ਵੱਡਾ ਮਾਲਕ ਹੈ। ਕਲ ਕਾਰਨ ਹੈ, ਕਲ ਲੜਾਈ ਝਗੜੇ ਨੂੰ ਕਹਿੰਦੇ। ਕਾਰਨ ਹੁੰਦਾ ਪੈਦਾ ਕਰਨ ਵਾਲਾ, ਤੂੰ ਝਗੜੇ ਪੈਦਾ ਕਰਨ ਵਾਲਾ ਹੈ। ਬੜਾ ਹੈਰਾਨ ਦਾ ਬੰਦਾ ਹੈ ਵੀ ਪਰਮਾਤਮਾ ਝਗੜੇ ਪੈਦਾ ਕਰਦਾ। ਹਰ ਇੱਕ ਚੀਜ਼ ਦਾ ਸਬੱਬ ਪਰਮਾਤਮਾ ਬਣਾਉਂਦਾ ਹੈ। ਐਕਸੀਡੈਂਟ ਹੋਇਆ, ਕੋਈ ਸਬੱਬ ਹੈ ਨਾ, ਕੋਈ ਕਾਰਨ ਹੈ। ਦੋ ਬੰਦੇ ਲੜ ਪਏ ਨੇ,
ਉਹਦਾ ਵੀ ਕੋਈ ਸਬੱਬ ਹੈ, ਕੋਈ ਕਾਰਨ ਹੈ। ਬੱਚਾ ਫੇਲ ਹੋ ਗਿਆ, ਉਹਦਾ ਵੀ ਕੋਈ ਕਾਰਨ ਹੈ। ਇਸ ਲਈ ਜਿਹੜਾ ਪਰਮਾਤਮਾ ਹੈ ਹਰ ਇੱਕ ਚੀਜ਼ ਦਾ ਕਾਰਨ ਹੈ। ਜੇ ਖੁਸ਼ੀ ਦਿੰਦਾ, ਖੁਸ਼ੀ ਪੈਦਾ ਕਰਨ ਦਾ ਕਾਰਨ ਹੈ। ਕੱਲ ਕਾਰਨ ਹੈ, ਝਗੜੇ ਪੈਦਾ ਕਰਨ ਵਾਲਾ ਹੈ। ਕਿਉਂ? ਦੋ ਬੰਦੇ ਲੜ ਰਹੇ ਨੇ, ਦੋਨਾਂ ਦੇ ਵਿੱਚ ਹੀ ਰੱਬ ਬੈਠਾ, ਦੋਨੋਂ ਹੀ ਬੈਠੇ ਨੇ। ਇਸ ਲਈ ਕੱਲ ਕਾਰਨ ਹੈ, ਝਗੜੇ ਪੈਦਾ ਕਰਨ ਵਾਲਾ ਹੈ। ਸਰਬ ਉਬਾਰਨ ਹੈ, ਉਬਾਰਨ ਦਾ ਬਚਾਉਣ ਵਾਲਾ। ਤੂੰ ਸਾਰਿਆਂ ਨੂੰ ਬਚਾਉਣ ਵਾਲਾ ਹੈ। ਫਿਰ ਦੇਖੋ, ਜਗਤੇਸ਼ਵਰ ਹੈ, ਤੂੰ ਜਗਤ ਦਾ ਈਸ਼ਵਰ ਹੈ। ਈਸ਼ਵਰ ਮਾਲਕ ਨੂੰ ਕਹਿੰਦੇ। ਤੂੰ ਸੰਸਾਰ ਦਾ ਮਾਲਕ ਹੈ। ਪਰਮੇਸ਼ਵਰ ਹੈ, ਪਰਮੇਸ਼ਵਰ ਪਰਮ ਈਸ਼ਵਰ, ਤੂੰ ਸਭ ਤੋਂ ਵੱਡਾ ਮਾਲਕ ਹੈ। ਕੱਲ ਕਾਰਨ ਹੈ, ਕੱਲ ਲੜਾਈ ਝਗੜੇ ਨੂੰ ਕਹਿੰਦੇ ਨੇ, ਜਿਹਨੂੰ ਆਪਾਂ ਕਲਾ ਕਲੇਸ਼ ਹੈ। ਪ੍ਰਭ ਕੈ ਸਿਮਰਨ ਆਪਾਂ ਕਰਦੇ ਕਰਨੀ, ਕੱਲ ਕਲੇਸ਼ ਮਿਟ ਜਾਂਦੇ ਹਨ। ਇਸ ਤਰ੍ਹਾਂ ਇਹ ਸਾਰੇ ਪਰਮਾਤਮਾ ਹੀ ਕਲਾ ਪੈਦਾ ਕਰਨ ਵਾਲਾ ਹੈ। ਕੱਲ ਕਾਰਨ ਹੈ, ਝਗੜੇ ਪੈਦਾ ਕਰਨ ਵਾਲਾ ਹੈ। ਸਰਬ ਉਬਾਰਨ ਹੈ, ਸਭ ਨੂੰ ਬਚਾਉਣ ਵਾਲਾ ਹੈ। ਤ੍ਰਿਤ ਕੇ ਧਰਨ ਹੈ, ਤ੍ਰਿਤ ਆਸਰੇ ਨੂੰ ਕਹਿੰਦੇ ਨੇ। ਧਰਨ ਵੀ ਆਸਰਾ ਹੁੰਦਾ ਹੈ। ਤ੍ਰਿਤ ਕੇ ਧਰਨ, ਤੂੰ ਆਸਰਿਆਂ ਦਾ ਆਸਰਾ ਹੈ। ਤੂੰ ਆਸਰਿਆਂ ਦਾ ਆਸਰਾ ਹੈ। ਤ੍ਰਿਤ ਆਸਰਾ, ਬਹੁਵਚਨ ਹੈ। ਤ੍ਰਿਤ ਕੇ, ਤ੍ਰਿਤ ਕਾ ਨਹੀਂ, ਕਾ ਇੱਕ ਵਚਨ ਹੁੰਦਾ ਹੈ, ਕੇ ਬਹੁਵਚਨ ਹੁੰਦਾ ਹੈ। ਤ੍ਰਿਤ ਕੇ, ਆਸਰਿਆਂ ਦੇ ਧਰਨ ਹੈ, ਆਸਰਾ ਹੈ। ਤੂੰ ਆਸਰਿਆਂ ਦਾ ਆਸਰਾ ਹੈ। ਜਗ ਕੇ ਕਰਨ ਹੈ, ਕਰਨ ਦਾ ਪੈਦਾ ਕਰਨਾ। ਜਿਵੇਂ ਉੱਤੇ ਝਗੜੇ ਪੈਦਾ ਕਰਦਾ ਹੈ, ਇਹ ਸੰਸਾਰ ਨੂੰ ਪੈਦਾ ਕਰਦਾ ਹੈ। ਜਗ ਕੇ ਕਰਨ ਹੈ, ਤੂੰ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਮਨ ਮਾਨਿਆ ਹੈ, ਜਿਹੜੇ ਲੋਕਾਂ ਦੇ ਮਨ ਨੇ ਉਹ ਤੈਨੂੰ ਮੰਨਦੇ ਹਨ, ਤੈਨੂੰ ਮੰਨਦੇ ਨੇ, ਪੂਜਦੇ ਨੇ ਤੈਨੂੰ। ਮਨ ਹੈ ਪੂਜਣ ਯੋਗ ਵੀ ਹੁੰਦਾ ਹੈ। ਜਿਹੜੇ ਲੋਕਾਂ ਦੇ ਮਨ ਨੇ ਉਹ ਤੈਨੂੰ ਮੰਨਦੇ ਹਨ, ਪਰ ਤੈਨੂੰ ਪੂਜਦੇ ਹਨ। ਜਗ ਜਾਣਿਆ ਹੈ, ਤੂੰ ਸੰਸਾਰ ਨੂੰ ਜਾਣਨ ਵਾਲਾ ਹੈ। ਤੂੰ ਸੰਸਾਰ ਨੂੰ ਜਾਣਦਾ ਹੈ। ਉਹ ਤਾਂ ਕਹਿੰਦੇ ਘਟ ਘਟ ਕੇ ਜਾਣਦਾ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਤਾਂ ਇੱਕ ਇੱਕ ਨੂੰ ਜਾਣਦਾ ਹੈ, ਇੱਕ ਇੱਕ ਨੂੰ। ਕਿਆ ਜ਼ਬਰਦਸਤ ਪਰਮਾਤਮਾ ਹੈ। ਉਹ ਤਾਂ ਹੀ ਨਹੀਂ, 84 ਲੱਖ ਜੂਨੀਆਂ 'ਚ ਅਰਬਾਂ ਖਰਬਾਂ ਜੀਵ ਨੇ, ਔਰ ਸਾਰਿਆਂ ਨੂੰ ਜਾਣਦਾ। ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਦਾ ਨੂੰ ਫਿਕਰ ਹੈ। ਉਹ ਸਾਰਿਆਂ ਨੂੰ ਜਾਣਦਾ ਹੈ। ਇਹ ਚੰਗਾ ਹੈ, ਇਹ ਮੰਦਾ ਹੈ, ਕੀ ਹੈ ਕੀ। ਸੋ ਕਹਿੰਦੇ ਤ੍ਰਿਤ ਕੇ ਧਰਨ ਹੈ, ਤੂੰ ਆਸਰਿਆਂ ਦਾ ਆਸਰਾ ਹੈ। ਜਗ ਕੇ ਕਰਨ ਹੈ, ਤੂੰ ਸੰਸਾਰ ਨੂੰ ਬਣਾਉਣ ਵਾਲਾ ਹੈ, ਪੈਦਾ ਕਰਨ ਵਾਲਾ ਹੈ। ਮਨ ਮਾਨਿਆ ਹੈ, ਤੂੰ ਮਨਾਂ ਦਾ ਪੂਜਨੀਕ ਹੈ। ਤੂੰ ਮਨਾਂ ਦਾ ਲੋਕਾਂ ਲਈ ਪੂਜਨੀਕ ਹੈ, ਮੰਨਿਆ। ਜਗ ਜਾਣਿਆ ਹੈ, ਤੂੰ ਸੰਸਾਰ ਨੂੰ ਜਾਣਨ ਵਾਲਾ ਹੈ। ਅੱਗੇ ਕਹਿੰਦੇ ਸਰਬੰਗ ਭਰ ਹੈ, ਸਰਬੰਗ ਕਰ ਹੈ, ਸਰਬ ਪਾਸਿਆ ਹੈ, ਸਰਬ ਨਾਸਿਆ ਹੈ। ਭਰ ਦਾ ਪਾਲਣ ਵਾਲਾ, ਸਰਬੰਗ ਭਰ ਹੈ, ਤੂੰ ਸਾਰਿਆਂ ਦਾ ਪੇਟ ਭਰਨ ਵਾਲਾ, ਭਾਵ ਸਾਰਿਆਂ ਨੂੰ ਪਾਲਣ ਵਾਲਾ। ਸਰਬੰਗ ਕਰ ਹੈ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਇਹਨੇ ਨਿਰਾ ਪੈਦਾ ਕਰਦਾ ਹੈ, ਸਾਰਿਆਂ ਦਾ ਪੇਟ ਵੀ ਭਰਦਾ ਹੈ। ਸਰਬੰਗ ਭਰ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ। ਸਰਬੰਗ ਕਰ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ। ਸਰਬ ਪਾਸਿਆ ਹੈ, ਪਾਸੇ ਮੈਨੇ ਪਾਸ ਨੇੜੇ, ਸਭ ਦੇ ਨੇੜੇ ਹੈ। ਸਰਬ ਨਾਸਿਆ ਹੈ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਫਿਰ ਸੁਣ ਲਓ, ਸਰਬੰਗ ਭਰ ਹੈ, ਤੂੰ ਸਾਰਿਆਂ ਨੂੰ ਪਾਲਣ ਵਾਲਾ ਹੈ। ਸਰਬੰਗ ਕਰ ਹੈ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਸਰਬ ਪਾਸਿਆ ਹੈ, ਤੂੰ ਸਾਰਿਆਂ ਦੇ ਪਾਸ ਹੈ, ਸਾਰਿਆਂ ਦੇ ਨੇੜੇ ਹੈ, ਸਾਰਿਆਂ ਦੇ ਕੋਲ ਹੈ। ਸਰਬ ਨਾਸਿਆ ਹੈ,
ਸਾਰਿਆਂ ਨੂੰ ਨਾਸ ਕਰਨ ਵਾਲਾ ਹੈ। ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ। ਜਦੋਂ ਕਿਸੇ ਨਾਲ ਸਾਹਮਣੇ ਗੱਲ ਕੀਤੀ ਜਾਂਦੀ ਤਾਂ ਹੈ ਵਰਤਿਆ ਜਾਂਦਾ, ਜਦੋਂ ਕਿਸੇ ਬਾਰੇ ਗੱਲ ਕੀਤੀ ਜਾਂਦੀ ਤਾਂ ਹੈ ਵਰਤਿਆ ਜਾਂਦਾ ਹੈ। ਉਹ ਲੜਕਾ ਚੰਗਾ ਹੈ, ਤੂੰ ਚੰਗਾ ਹੈ, ਸਾਹਮਣੇ ਬੈਠਾ ਹੈ, ਉਹਦੇ ਫਿਰ ਆਪਾਂ ਜਿਹੜਾ ਸਾਹਮਣੇ ਬੈਠਾ ਕਿ ਤੂੰ ਕਹਾਂਗੇ। ਤੂੰ ਚੰਗਾ ਹੈ ਨਹੀਂ ਕਹਿ ਹੋ ਸਕਦਾ, ਜੇ ਕਹੇ ਤੂੰ ਚੰਗਾ ਹੈ ਔਰ ਕਹੇ ਨੂੰ ਤਾਂ ਆਉਂਦੇ ਹੀ ਨਹੀਂ। ਤੂੰ ਚੰਗਾ ਹੈ, ਤੂੰ ਕੰਮ ਕਰਦਾ ਹੈ, ਤੂੰ ਨਲਾਇਕ ਹੈ ਨਾ। ਉਹ ਚੰਗਾ ਹੈ, ਉਹ ਚੰਗੇ ਕੰਮ ਕਰਦਾ ਹੈ, ਉਹ ਦੂਜੇ ਲਈ। ਜਦੋਂ ਉਹ ਬੰਦਾ ਜਿਹੜਾ ਸਾਹਮਣੇ ਬੈਠਾ ਹੋਵੇ, ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਉਹਦੇ ਲਈ ਫਿਰ ਹੈ ਵਰਤਿਆ ਜਾਂਦਾ। ਤਾਂ ਇੱਥੇ ਹੈ ਵਰਤਿਆ ਵੀ ਦਸਮ ਪਾਤਸ਼ਾਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੀ ਵਡਿਆਈ ਕਰਨ। ਵੀ ਜਿਵੇਂ ਸਾਹਮਣੇ ਪਰਮਾਤਮਾ ਬੈਠਾ ਹੋਵੇ ਅਤੇ ਦਸਮ ਪਾਤਸ਼ਾਹ ਦੀ ਵਡਿਆਈ ਲਿਖ ਰਹੇ ਨੇ, ਕਰ ਰਹੇ ਹਨ। ਸੋ ਕਹਿੰਦੇ ਕਰੁਣਾ ਕਰ ਹੈ, ਇਹ ਦੋ ਸ਼ਬਦਾਂ ਤੋਂ ਬਣੇ। ਕਰੁਣਾ ਆਕਰ, ਆਕਰ ਹੁੰਦੀ ਖਾਣ, ਜਿਵੇਂ ਸੋਨੇ ਦੀ ਖਾਣ, ਲੋਹੇ ਦੀ ਖਾਣ, ਜਿਹਨੂੰ ਖਣਿਜ ਪਦਾਰਥ ਹੁੰਦੇ ਨੇ। ਖਣਿਜ ਪਦਾਰਥ ਜਿਹੜੇ ਖਾਣਾਂ ਦੇ ਵਿੱਚੋਂ ਨਿਕਲਦੇ ਹਨ। ਧਰਤੀ ਦੇ ਹੇਠਾਂ ਇਹ ਚੀਜ਼ਾਂ ਦੱਬੀਆਂ ਹੋਈਆਂ ਨੇ, ਪਤਾ ਨਹੀਂ ਕਦੋਂ ਦੀਆਂ ਨੇ। ਬੰਦੇ ਨੇ ਫਿਰ ਹੌਲੀ ਹੌਲੀ ਖੋਜ ਕੀਤੀ, ਲੱਭ ਲਿਆ। ਹੁਣ ਤਾਂ ਮਸ਼ੀਨਾਂ ਬਣ ਗਈਆਂ, ਧਰਤੀ ਦੇ ਉੱਤੇ ਧਰਦੇ ਨੇ, ਹੇਠਾਂ ਧਰਤੀ ਦੀ ਫੋਟੋ ਆਉਣੀ ਸ਼ੁਰੂ ਹੋ ਜਾਂਦੀ, ਇਹ ਧਰਤੀ ਦੇ ਹੇਠਾਂ ਕੀ ਹੈ। ਫਿਰ ਤਾਂ ਲੱਭ ਲੈਂਦੇ ਨੇ, ਲੱਭ ਲੈਂਦੇ। ਮੰਨ ਲਓ 10 ਫੁੱਟ 'ਤੇ ਸੋਨਾ ਦੱਬਤਾ ਹੈ, ਅਤੇ ਉਹ ਮਸ਼ੀਨ ਲੈ ਕੇ ਉੱਤੇ ਤਰਨਗੇ, ਦਿਸੂਗਾ ਉਹ ਪਿਆ ਸੋਨਾ। ਇਹ ਹੁਣ ਮਿੱਟੀ ਦਾ ਤੇਲ ਲੱਭਣਾ ਧਰਤੀ ਦੇ ਵਿੱਚ, ਮਸ਼ੀਨਾਂ ਫਿਰ ਲੱਭਦੀਆਂ ਨੇ। ਮਸ਼ੀਨ ਦੱਸਦੇ ਵੀ ਹਾਂ ਇਹਦੇ ਹੇਠਾਂ ਕੀ ਚੀਜ਼ ਹੈਗੀ। ਹੁਣ ਫਿਰ ਸੌਖਾ ਹੋ ਗਿਆ, ਨਹੀਂ ਤਾਂ ਪਹਿਲਾਂ ਪੁੱਟਦੇ ਰਹਿੰਦੇ ਸਨ। ਸੋ ਇਸ ਲਈ ਕਰੁਣਾ ਕਰ ਹੈ, ਤੂੰ ਦਇਆ ਦੀ ਖਾਣ ਹੈ। ਖਾਣ ਇੱਕ ਘਰ ਹੁੰਦਾ ਜਿਹੜਾ ਛੋਟਾ ਹੁੰਦਾ, ਕਰੁਣਾਲਿਆ ਹੈ, ਤੂੰ ਦਇਆ ਦਾ ਘਰ ਹੈ। ਇਹ ਹੈ ਤੂੰ ਦਇਆ ਦੀ ਖਾਣ ਹੈ, ਜਿੱਥੇ ਬਹੁਤ ਪਦਾਰਥ ਹੁੰਦਾ ਹੈ। ਹੁਣ ਲੋਹੇ ਦੀ ਖਾਣ ਹੈ, ਸੋਨੇ ਦੀ ਖਾਣ ਹੈ, ਚਾਂਦੀ ਦੀ ਹੈ, ਤਾਂਬੇ ਦੀ ਹੈ, ਖਾਣਾਂ ਨੇ। ਕਈ ਚੀਜ਼ਾਂ ਕਿਸੇ ਦੇਸ਼ 'ਚ ਜ਼ਿਆਦਾ ਮਿਲਦੀਆਂ ਨੇ, ਕਿਸੇ ਦੇਸ਼ 'ਚ ਘੱਟ ਮਿਲਦੀਆਂ। ਜਿਵੇਂ ਸੋਨਾ ਹੈ, ਸਾਡੇ ਦੇਸ਼ 'ਚ ਬਹੁਤ ਘੱਟ ਮਿਲਦਾ ਹੈ, ਤਾਂਬਾ ਬਹੁਤ ਘੱਟ ਮਿਲਦਾ ਹੈ। ਪਹਿਲਾਂ ਬਿਜਲੀ ਦੀਆਂ ਜਿਹੜੀ ਤਾਰਾਂ ਹੁੰਦੀਆਂ ਸਨ, ਤਾਂਬੇ ਦੀਆਂ ਹੁੰਦੀਆਂ ਸਨ। ਛੋਟਿਆਂ ਜਦੋਂ ਖੰਭੇ ਲੱਗੇ ਨਾ, ਤਾਂਬੇ ਦੀਆਂ ਤਾਰਾਂ ਹੁੰਦੀਆਂ ਸੀ। ਫਿਰ ਤਾਂਬੇ ਦੀ ਹੋ ਗਈ ਕਮੀ, ਇਸ ਕਰਕੇ ਫਿਰ ਹੁਣ ਦੂਜੀਆਂ ਤਾਰਾਂ ਹੋ ਗਈਆਂ। ਉਹ ਬਸ ਉੱਤੇ ਉੱਪਰ ਰਬੜ ਜਿਹੀ ਚੜਾਈ, ਵਿੱਚ ਉਹਦੇ ਤਾਂਬਾ। ਆਪੇ ਘਰਾਂ 'ਚ ਫਿਟਿੰਗ ਕਰਾਉਂਦੇ ਹਾਂ, ਵਿੱਚ ਉਹਦੇ ਤਾਂਬਾ ਹੁੰਦਾ, ਤਾਂਬਾ। ਸੋ ਇਸ ਲਈ ਕਈ ਚੀਜ਼ਾਂ ਸਾਡੇ ਦੇਸ਼ 'ਚ ਘੱਟ ਨੇ, ਉਹ ਫਿਰ ਜਿਹੜਾ ਅਸੀਂ ਠੀਕ ਤਰੀਕੇ ਵਰਤੋਂ ਦੀ ਕਰਦੇ ਹਾਂ। ਹੁਣ ਬਹੁਤੇ ਭਾਂਡੇ ਵੀ ਤਾਂਬੇ ਦੇ ਬਣਨੋਂ ਹਟ ਗਏ ਨੇ। ਸਿਰਫ ਜਿਹੜੇ ਪੰਡਤਾਂ ਲਈ ਥੋੜ੍ਹੀਆਂ ਗੜਵੀਆਂ ਛੋਟੀਆਂ ਛੋਟੀਆਂ ਬਣਦੀਆਂ, ਬਾਕੀ ਬਾਹਰ ਟੁੱਟ ਗਿਆ, ਕਿਉਂਕਿ ਇਸ ਚੀਜ਼ ਦੀ ਕਮੀ ਹੈ। ਸੋਨਾ ਸਾਡੇ ਦੇਸ਼ 'ਚ ਬਹੁਤ ਜ਼ਿਆਦਾ ਘੱਟ ਹੁੰਦਾ। ਜਿੰਨਾ ਸਾਡੇ ਦੇਸ਼ ਸੋਨਾ ਦਾ ਸਾਰਾ ਜਿਹੜਾ ਉਹ ਤਾਂ ਜਿਹੜਾ ਹੈ ਦਵਾਈਆਂ ਤਿਆਰ ਕਰਦੇ ਨੇ, ਦੇਸੀ ਦਵਾਈਆਂ ਦੇ ਵਿੱਚ ਸੋਨਾ ਵਰਤਿਆ ਜਾਂਦਾ, ਉਹ ਤਾਂ ਇੱਥੇ ਹੀ ਵਰਤਿਆ ਜਾਂਦਾ। ਗਹਿਣੇ ਲਈ ਤਾਂ ਅਸੀਂ ਸਾਰਾ ਸੋਨਾ ਬਾਹਰਲੇ ਦੇਸ਼ਾਂ 'ਚ ਮੰਗਾਉਂਦੇ। ਆਹ ਕਰੋਨਾ ਕਾਰ ਬਾਹਰੋਂ ਆ ਨਹੀਂ ਰਿਹਾ, ਦੇਖੋ 51-52 ਹਜ਼ਾਰ ਰੁਪਏ ਨੂੰ ਤੋਲਾ ਹੋ ਗਿਆ, ਜਿਹੜੇ ਕਿ 30-31 ਹਜ਼ਾਰ ਨੂੰ ਹੁੰਦਾ ਸੀ, ਹੁਣ 51-52 ਹਜ਼ਾਰ ਰੁਪਏ ਦਾ ਇੱਕ ਤੋਲਾ ਸੋਨਾ ਹੋ ਗਿਆ। ਇਸ ਲਈ ਪਰਮਾਤਮਾ ਜਿਹੜਾ ਹੈ ਇਹ ਤਾਂ ਬਹੁਤ ਵੱਡੀ ਖਾਣ ਹੈ। ਕਰੁਣਾ ਕਰ ਹੈ, ਤੂੰ ਦਇਆ ਦੀ ਖਾਣ ਹੈ। ਵਿਸ਼ਵੰਬਰ ਹੈ, ਤੂੰ ਸੰਸਾਰ ਨੂੰ ਪਾਲਣ ਵਾਲਾ ਹੈ। ਦੋ ਸ਼ਬਦਾਂ ਤੋਂ ਬਣੇ ਵਿਸ਼ਵ ਅੰਬਰ। ਅੰਬਰ ਹੁੰਦਾ ਪੇਟ ਪਾਲਣ ਵਾਲਾ, ਖਾਣ ਨੂੰ ਦੇਣ ਵਾਲਾ। ਵਿਸ਼ਵ ਸੰਸਾਰ ਨੂੰ ਕਹਿੰਦੇ, ਭਾਵ ਤੂੰ ਸੰਸਾਰ ਨੂੰ ਪਾਲਣ ਵਾਲਾ ਹੈ, ਵਿਸ਼ਵੰਬਰ ਹੈ। ਸਰਵੇਸ਼ਵਰ ਹੈ,
तू सब दा मालक है। जगतेश्वर है, तू जगत दा मालक है। जगतेश्वर, जगत ईश्वर, जगत ईश्वर जब इकट्ठा किया तो ई विचों खत्म हो गया तो लां बन गई है, जगतेश्वर है हो गया। जिमें ਆਪਾਂ ਕਹਿੰਦੇ ਇਹ ਦਵਿੰਦਰ ਸਿੰਘ ਹੈ ਜੀ, ਹਿੰਦੀ ਕਹਿੰਦੇ ਦੇਵੇਂਦਰ, ਉਹ ਕੀ ਕਹਿੰਦੇ ਨੇ ਦੇਵੇਂਦਰ ਸਿੰਘ, ਉਹ ਦਵਿੰਦਰ ਸਿੰਘ ਨਹੀਂ ਕਹਿੰਦੇ, ਉਹ ਦੇਵੇਂਦਰ ਸਿੰਘ ਕਹਿੰਦੇ, ਕਿਉਂਕਿ ਦਵਿੰਦਰ ਦੋ ਤੋਂ ਬਣੇ, ਦੇਵ ਇੰਦਰ ਜੋ ਦੇਵਤਿਆਂ ਦਾ ਰਾਜਾ ਹੈ, ਨਾਮ ਤਾਂ ਦਵਿੰਦਰ ਸਿੰਘ ਹੈ ਪਰ ਦੇਵਿੰਦਰ ਸਿੰਘ ਅਸਲ ਉਚਾਰਨ ਹੈ। ਆਪਾਂ ਫਿਰ ਸੌਖਾ ਕਰ ਲੈ ਦੱਦਾ ਵਾਵੇ ਸਿਆਰੀ ਤੇ ਟਿੱਪੀ ਦੱਦਾ ਰਾ, ਹਿੰਦੀ ਵਾਲੇ ਜਿਹੜੇ ਪਾਉਂਦੇ ਨੇ ਉਹ ਦੇਵੇਂਦਰ, ਉਹ ਦੱਦੇ ਲਾ ਵਾਵੇ ਲਾ ਬਿੰਦੀ ਦੱਦਾ ਰਾ, ਇਸ ਤਰ੍ਹਾਂ ਪਾਉਂਦੇ ਦੇਵੇਂਦਰ। ਸੋ ਇਸ ਲਈ ਉਹ ਫਿਰ ਜੋੜਿਆ ਹੈ, ਜਦੋਂ ਅਲੱਗ ਕੀਤਾ ਜਾਂਦਾ ਦੇਵ ਇੰਦਰ ਹੋ ਗਿਆ, ਇਕੱਠਾ ਕਰਤਾ ਦੇਵੇਂਦਰ ਹੋ ਗਏ। ਇਸ ਲਈ ਜਗਤ ਈਸ਼ਵਰ ਹੈ, ਇਕੱਠਾ ਕੀਤਾ ਜਗਤੇਸ਼ਵਰ ਹੈ। ਅੱਗੇ ਸਰਬ ਈਸ਼ਵਰ ਹੈ, ਇਕੱਠਾ ਕੀਤਾ ਸਰਬੇਸ਼ਵਰ ਹੈ। ਇਸ ਲਈ ਕਹਿੰਦੇ ਕਰੁਣਾ ਕਰ ਹੈ, ਤੂੰ ਦਇਆ ਦੀ ਖਾਣ ਹੈ। ਵਿਸ਼ਵੰਬਰ ਹੈ, ਤੂੰ ਸੰਸਾਰੇ ਸਾਰੇ ਸੰਸਾਰ ਨੂੰ ਪਾਲਣ ਵਾਲਾ ਹੈ। ਸਰਬੇਸ਼ਵਰ ਹੈ, ਤੂੰ ਸਭ ਦਾ ਮਾਲਕ ਹੈ। ਜਗਤੇਸ਼ਵਰ ਹੈ, ਤੂੰ ਸੰਸਾਰ ਦਾ ਮਾਲਕ ਹੈ। ਅੱਗੇ ਕਹਿੰਦੇ ਬ੍ਰਹਮੰਡਸ ਹੈ, ਖਾਲਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ। ਬ੍ਰਹਮੰਡਸ ਹੈ, ਤੂੰ ਸਾਰੇ ਬ੍ਰਹਮੰਡ ਦਾ ਮਾਲਕ ਹੈ, ਤੂੰ ਸਾਰੇ ਸੰਸਾਰ ਦਾ ਮਾਲਕ ਹੈ। ਬ੍ਰਹਮੰਡ, ਬ੍ਰਹਮੰਡਸ ਹੈ, ਬ੍ਰਹਮੰਡ ਈਸ, ਉਹ ਤੋਂ ਬਣਿਆ ਬ੍ਰਹਮੰਡਸ। ਈਸ ਜਾਂ ਈਸ਼ਵਰ ਇੱਕੋ ਹੀ ਗੱਲ ਹੈ। ਮਾਲਕ ਬ੍ਰਹਮੰਡਸ ਹੈ, ਤੂੰ ਸਾਰੇ ਬ੍ਰਹਮੰਡ ਦਾ ਮਾਲਕ ਹੈ। ਖਲ ਖੰਡਸ ਹੈ, ਤੂੰ ਮੂਰਖਾਂ ਨੂੰ ਮਾਰਨ ਵਾਲਾ ਹੈ। ਖਲ ਮੂਰਖ ਨੂੰ ਕਹਿੰਦੇ। ਖਲ ਖੰਡਸ ਹੈ, ਤੂੰ ਮੂਰਖਾਂ ਨੂੰ ਮਾਰਨ ਵਾਲਾ ਹੈ। ਬ੍ਰਹਮੰਡਸ ਹੈ, ਤੂੰ ਸੰਸਾਰ ਨੂੰ ਪਾਲਣ ਵਾਲਾ ਹੈ, ਤੂੰ ਸੰਸਾਰ ਦਾ ਮਾਲਕ ਹੈ, ਸਾਰੇ ਬ੍ਰਹਮੰਡ ਦਾ ਮਾਲਕ ਹੈ। ਖਲ ਖੰਡਸ ਹੈ, ਮੂਰਖਾਂ ਨੂੰ ਮਾਰਨ ਵਾਲਾ ਹੈ। ਪਰ ਤੇ ਪਰ ਹੈ, ਤੂੰ ਪਰਾਂ ਤੋਂ ਪਰਾਂ ਹੈ। ਦੇਖੇ ਉਹ ਪਰ ਹੈ, ਨਹੀਂ ਜੀ ਉਦੋਂ ਪਰ ਹੈ, ਉਦੋਂ ਪਰ ਹੈ, ਉਦੋਂ ਪਰ ਹੈ। ਜੇ ਧਰਤੀ ਹੋਰ, ਧਰਤੀ ਹੋਰ ਹੋਰ ਹੋਰ, ਹੁਣ ਧਰਤੀ ਹੈ ਇਹਦੇ ਹੇਠਾਂ ਹੋਰ ਹੈ, ਹੋਰ ਹੈ, ਹੋਰ ਹੈ। ਇਹਦਾ ਮਤਲਬ ਧਰਤੀ ਕਿਸ ਆਸਰੇ ਖੜੀ, ਕਿਸੇ ਧਰਤੀ ਦੇ ਆਸਰੇ ਨਹੀਂ, ਕਿਸੇ ਬਲਦੇ ਪਰਮਾਤਮਾ ਦੇ ਆਸਰੇ ਖੜੀ ਹੈ। ਇਸ ਲਈ ਪਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਪਰਮਾਤਮਾ ਪਰੇ ਤੋਂ ਪਰੇ ਹੈ, ਪਰ ਤੇ ਪਰ ਹੈ, ਪਰੇ ਤੋਂ ਪਰੇ ਹੈ। ਕਰੁਣਾ ਕਰ ਹੈ, ਤੂੰ ਦਇਆ ਦੀ ਖਾਣ ਹੈ। ਕਈ ਸ਼ਬਦ ਵਾਰੀ ਵਾਰੀ ਵਰਤੇ ਗਏ ਨੇ, ਇਸ ਲਈ ਜੇ ਆਪਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਈਏ ਫਿਰ ਸੌਖਾ ਹੋ ਜਾਏਗਾ। ਵਾਰੀ ਵਾਰੀ ਉਹਨਾਂ ਸ਼ਬਦ, ਜਿਵੇਂ ਖਲ ਹੈ, ਇਹ ਕਿੰਨੇ ਵਾਰੀ ਆ ਗਿਆ, ਮੂਰਖ। ਕਰੁਣਾ ਹੈ, ਹੁਣ 2-3 ਵਾਰੀ ਆ ਗਿਆ, ਦਇਆ। ਸੋ ਇਹ ਨਾ ਜਿਹੜਾ ਜਾਪ ਸਾਹਿਬ ਹੈ ਅਤੇ ਅੱਗੇ ਜਿਹੜੇ ਸਵਈਏ ਹੋਣੇ ਨੇ, ਇਹ ਤਾਂ ਮਹਿਣੇ ਜਿਹੜੇ ਨੇ ਯਾਦ ਕਰਨੇ ਪੈਣੇ ਨੇ, ਉਂਝ ਨਹੀਂ, ਉਂਝ ਭੁੱਲ ਭੁਲਾ ਜਾਣੇ ਨੇ। ਇਹ ਹੁਣ ਥੋੜ੍ਹੀ ਬਹੁਤੀ ਸਮਝ ਆਏ, 5 ਮਿੰਟਾਂ ਬਾਅਦ ਕੁਛ ਵੀ ਨਹੀਂ ਤੁਹਾਨੂੰ ਪਤਾ ਲੱਗਾ ਵੀ ਕੀ ਹੈ, ਭੁੱਲ ਭੁਲਾ ਜਾਣਾ। ਜੇ ਕਿਸੇ ਨੂੰ ਸ਼ੌਕ ਹੈ ਕਿ ਮੈਨੂੰ ਦੇ ਅਰਥ ਹੋਣ, ਉਹਨੂੰ ਫਿਰ ਨਾਲ ਨਾਲ ਲਿਖਣਾ ਚਾਹੀਦਾ। ਇਸ ਲਈ ਮੈਂ ਕਈ ਵਾਰੀ 2-2, 3-3 ਵਾਰੀ ਦੱਸਦਾ ਵੀ ਜੇ ਕੋਈ ਲਿਖ ਰਿਹਾ ਹੈ ਤੁਹਾਨੂੰ ਪਤਾ ਲੱਗ ਜੇ ਬ੍ਰਹਮੰਡਸ ਹੈ, ਤੂੰ ਬ੍ਰਹਮੰਡ ਦਾ ਮਾਲਕ ਹੈ। ਖਲ ਖੰਡਸ ਹੈ, ਤੂੰ ਮੂਰਖਾਂ ਨੂੰ ਮਾਰਨ ਵਾਲਾ ਹੈ। ਪਰ ਤੇ ਪਰ ਹੈ, ਤੂੰ ਪਰੇ ਤੋਂ ਪਰੇ ਹੈ। ਕਰੁਣਾ ਕਰ ਹੈ, ਤੂੰ ਦਇਆ ਦੀ ਖਾਣ ਹੈ। ਅਜਪਾ ਜਪ ਹੈ, ਅਜਪਾ ਜੋ ਨਹੀਂ ਜਪਿਆ ਜਾ ਸਕਦਾ, ਜੋ ਜਪਿਆ ਨਹੀਂ ਜਾ ਸਕਦਾ ਉਹਨੂੰ ਕਹਿੰਦੇ ਅਜਪਾ। ਜੇ ਤਾਂ ਜਪਿਆ ਜਾ ਸਕਦਾ ਫਿਰ ਤੜ ਕੇ ਜਪ ਰਿਹਾ ਜੀ। ਇੱਕ ਐਸੀ ਅਵਸਥਾ ਦੇ ਜਿੱਥੇ ਜਪਿਆ ਨਹੀਂ ਜਾਂਦਾ।
ਅਜਪਾ ਜਪ ਹੈ। हे परमात्मा, जो नहीं जपया जा सकता तू वो जप है। अजपा जप है, तू वो जप है जो जपया नहीं जा सकता। तू वो मंत्र है जिहड़ा जपया नहीं जा सकता। अजपा जो नहीं जपया जा सकता, जप तू वो जप है। जो जपया नहीं जा सकता तू वो जप है। अथपा थप है, जो थापिया नहीं जा सकता तू वो थप है। मूर्ति नूं कह थप। थप हुंदा जिहड़ी कोई तस्वीर मूर्ति बनाई है। अजपा जप है, अथपा थप है, अकृता कृत है, अमृता मृत है। अजपा जप है। फिर सुन लो, जो नहीं जपया जा सकता। अजपा के जो जपे नहीं जा सकता, जो नहीं जपया जा सकता तू वो जप है। अथपा थप है, जो नहीं थापिया जा सकता। थापना किसी थां ते स्थापित किसी चीज़ नूं कर देना। अथपा थप है, जो थापिया नहीं जा सकता तू वो थप है। अकृता कृत है। अकृता आंदा जो नहीं किया जा सकता। कृत अकृता कृत है, जो नहीं किया जा सकता तू उसनूं करन वाला है। आपां कई चीज़ां नहीं कर सकते, परमात्मा उसनूं भी कर सकता है। इसलिए कहते अकृता कृत है। जो नहीं किया जा सकता तू उसनूं करन वाला है। अमृता मृत है। अमृता जो नहीं मरदा, अमर हो गया कहते। जो नहीं मरदा मृत हैं, तू उसनूं मारन वाला है। जो नहीं मरदा ना, तू उसनूं भी मारन वाला है। जो नहीं किया जा सकता तू उसनूं करन वाला है। और अगर यह नहीं काम किया जा सकता जी, परमात्मा नूं कर देगा। ये नहीं मारिया जा सकता जी, परमात्मा नूं मार दिंदा है। कई बड़े बलवान बली हुंदे ने जी। सो पर हुण रावण नूं मारना सी। ਹੁਣ ਰਾਵਣ ਨੂੰ ਮਾਰਨਾ ਸੀ, ਰਾਮ ਜੀ ਜ਼ੋਰ ਲਾ ਰਹੇ ਨੇ। ਉਹ ਤੀਰ ਨਾਲ ਉਹਦੇ ਇੱਕ ਸਾਰ ਲਾਂਘਦੇ ਨੇ, ਨਾਲ ਦੇ ਦੂਜਾ ਆ ਜਾਂਦਾ। ਬੜਾ ਔਖਾ ਹੋ ਗਿਆ। ਫਿਰ ਤੀਰ ਮਾਰਦੇ ਨੇ, ਇੱਕ ਸਿਰ ਲੈ ਜਾਂਦਾ, ਨਾਲ ਦੇ ਦੂਜਾ ਆ ਜਾਂਦਾ। ਉਹ ਨਹੀਂ ਕੋਈ ਪੇਸ਼ ਜਾ ਰਹੀ। ਕਿਉਂ? ਅਗਲਾ ਕਿਹੜਾ ਘੱਟ ਸੀ, 4 ਵੇਦਾਂ ਦਾ ਗਿਆਤਾ ਸੀ। ਲੱਖਾਂ ਸਾਲ ਉਹਨੇ ਤਪੱਸਿਆ ਕਰ ਕਰਕੇ ਦੇਵਤੇ ਨੂੰ ਖੁਸ਼ ਕੀਤਾ ਹੋਇਆ ਸੀ। ਹੁਣ ਤਾਂ ਵਰ ਲਏ ਹੋਏ ਸਨ। ਪਰ ਪਰਮਾਤਮਾ ਨੇ ਮਾਰਨਾ ਸੀ। ਫਿਰ ਪਰਮਾਤਮਾ ਨੇ ਸਬੱਬ ਬਣਾਇਆ। ਸਬੱਬ ਤੇ ਫਿਰ ਬਣਾਉਣਾ ਸੀ ਨਾ, ਉਹਦੀ ਕੀ ਮਰਦਾ। ਸਬੱਬ ਬਣਾਇਆ। ਜਿਹੜਾ ਰਾਵਣ ਦਾ ਭਰਾ ਸੀ ਵਿਭੀਸ਼ਣ, ਉਹਨੇ ਰਾਮਚੰਦਰ ਜੀ ਨੂੰ ਕਿਹਾ ਕਿ ਮੇਰੇ ਭਰਾ ਨੇ ਨਾ ਆਪਣੇ ਪੇਟ ਦੇ ਵਿੱਚ ਇੱਕ ਮਸ਼ੀਨ ਫਿੱਟ ਕਰ ਰੱਖੀ ਹੈ, ਇਸ ਕਰਕੇ ਨਹੀਂ ਮਰੇਗਾ। ਇਹਦੀ ਧੁਨੀ ਦੇ ਵਿੱਚ ਮਸ਼ੀਨ ਉਹ ਫਿੱਟ ਹੈ। ਤੁਸੀਂ ਧੁਨੀ 'ਚ ਤੀਰ ਮਾਰੋ, ਉਹ ਮਸ਼ੀਨ ਟੁੱਟ ਜਾਏਗੀ, ਇਹ ਮਰ ਜਾਏਗੀ। ਅਤੇ ਉਹੀ ਗੱਲ ਹੋਈ। ਫਿਰ ਉਹਨੇ ਧੁਨੀ 'ਚ ਤੀਰ ਮਾਰਿਆ ਅਤੇ ਰਾਵਣ ਮਰ ਗਿਆ। ਸਬੱਬ ਕਿਹਨੇ ਬਣਾਇਆ? ਪਰਮਾਤਮਾ ਨੇ ਬਣਾਇਆ। ਸਾਰੇ ਸਬੱਬ ਉਹੀ ਬਣਾਉਂਦਾ। ਲੜਾਈ ਦਾ ਸਬੱਬ ਵੀ ਤਾਂ ਉਸ ਤਰ੍ਹਾਂ ਹੀ ਬਣੇ। ਇਹ ਜਿਹੜੇ ਲੜਾਈ ਦੇ ਸਬੱਬ ਨੇ, ਇਹ ਵੀ ਇਸੇ ਤਰ੍ਹਾਂ ਹੀ ਬਣਦੇ ਨੇ। ਹੁਣ ਜੇ ਦ੍ਰੋਪਦੀ ਨਾ ਕਹਿੰਦੀ ਵੀ ਤੂੰ ਧ੍ਰਿਤਰਾਸ਼ਟਰ ਦਾ ਮੁੰਡਾ ਕੌਰਵ, ਕੀ ਉਹਦਾ ਦੁਰਯੋਧਨ ਹਾਲਾਂਕਿ ਆਪ ਹੀ ਪਾਂਡਵਾਂ ਨੇ ਉਹਨਾਂ ਨੂੰ ਸੱਦਿਆ ਵੀ ਸਾਡੇ ਘਰ ਆ ਕੇ ਲੰਗਰ ਪਾਣੀ ਛਕੋ। ਫਿਰ ਸਾਡਾ ਫਰਜ਼ ਬਣਦਾ ਜਿਹਨੂੰ ਅਸੀਂ ਸੱਦਿਆ ਉਹਦਾ ਅਸੀਂ ਸਤਿਕਾਰ ਕਰੀਏ। ਦ੍ਰੋਪਦੀ ਜਿਹੜੀ ਹੈ ਘਰ ਦੇ ਛੱਜੇ 'ਤੇ ਖੜੀ ਹੈ, ਅੱਗੇ ਜਿਹੜਾ ਵਰਾਂਡਾ ਛੱਜੇ 'ਤੇ ਖੜੀ। ਉਹਨੇ ਐਸੀ ਕਾਰਾਗਰੀ ਵਿਹੜੇ 'ਚ ਕੀਤੀ, ਐਸੀ ਕਲਾ ਕੀਤੀ ਕਿ ਜਿਹੜੀ ਸੁੱਕੀ ਧਰਤੀ ਸੀ ਉਹ ਪਾਣੀ ਲੱਗੇ, ਅਤੇ ਜਿਹੜਾ ਪਾਣੀ ਹੈ ਉਹ ਸੁੱਕੀ ਧਰਤੀ ਲੱਗੇ। ਜਦੋਂ ਦੁਰਯੋਧਨ ਆਇਆ ਹੈ, ਉਹਨੇ ਸੋਚਿਆ ਵੀ ਆਹ ਗਿੱਲੀ ਧਰਤੀ ਆ, ਇੱਥੇ ਉਹ ਹੈ ਜੀ ਪਾਣੀ,
ਜਦੋਂ ਉਹਨੇ ਪੈਰ ਧਰਿਆ ਉਹ ਪਾਣੀ ਡਿੱਗ ਪਿਆ। ਉਤੋਂ ਬੋਲਦੀ ਹੈ, ਅੰਨੇ ਦਾ ਅੰਨੇ ਹੀ ਰਿਹਾ ਨਾ। ਉਹ ਕਹਿੰਦਾ ਕੋਈ ਨਹੀਂ, ਮੈਂ ਦੱਸਾਂਗਾ ਤੈਨੂੰ। ਫਿਰ ਜੇ ਫਿਰ ਪਰਮਾਤਮਾ ਨਾ ਲਾਜ ਬਚਾਉਂਦਾ ਦ੍ਰੋਪਦੀ, ਫਿਰ ਕੱਪੜੇ ਲਾਹ ਦੇਣ ਸੀ ਭਰੀ ਸਭਾ 'ਚ। ਇਹ ਸਬੱਬ ਬਣਦੇ। ਹੁਣ ਜੇ ਪਾਂਡਵ ਜੂਆ ਹੀ ਨਾ ਖੇਡਦੇ, ਨਾ ਉਹ ਹਾਰਦੇ, ਨਾ ਉਹਨਾਂ ਨੂੰ ਬਨਵਾਸ ਹੁੰਦਾ। ਹਾਲਾਂਕਿ ਧਰਮ ਪੁੱਤਰ ਕਿਹਾ ਜਾਂਦਾ ਯੁਧਿਸ਼ਟਰ ਨੂੰ ਨਾ, ਇਤਿਹਾਸ ਧਰਮ ਪੁੱਤਰ ਕਿਹਾ ਜਾਂਦਾ। ਧਰਮ ਪੁੱਤਰ ਵੀ ਜੂਆ ਖੇਡ ਰਿਹਾ ਹੈ। ਹੈਰਾਨੀ ਆਪਣੇ ਘਰ ਵਾਲੇ ਨੂੰ ਜੂਏ 'ਤੇ ਲਾਤਾ। ਚਲੋ ਜੀ, ਵੀ ਜਿਵੇਂ ਕੋਈ ਐਵੇਂ ਕੋਈ ਚੀਜ਼ ਖੇਡ, ਕੋਈ ਖਿਡਾਉਣਾ ਵੀ ਹਾਂ ਲਾ ਦੋ ਜੂਏ 'ਤੇ, ਉਹ ਜੂਏ 'ਤੇ ਲਾਤਾ। ਜੇ ਜੂਆ ਹੀ ਨਾ ਖੇਡਦੇ ਫਿਰ ਇਹ ਕੁਛ ਹੋਣਾ ਹੀ ਨਹੀਂ ਸੀ। ਹਿੰਦੁਸਤਾਨ ਨੇ ਕੱਖ ਵੀ ਨਾ ਸਿੱਖਿਆ, ਨਾ ਘਟਨਾਵਾਂ। ਹੁਣ ਵੀ ਜੂਆ ਖੇਡਦੇ ਲੋਕ, ਹੁਣ ਕਿਹੜਾ ਹਟ ਗਏ ਨੇ। ਇਹ ਮਨੁੱਖ ਕੁਛ ਨਹੀਂ ਸਿੱਖਦਾ। ਇਹ ਜਿਹੜਾ ਜਿਹੋ ਜਿਹਾ ਹਜ਼ਾਰਾਂ ਸਾਲ ਪਹਿਲਾਂ ਸੀ, ਇਹ ਉਹੋ ਜਿਹੀ ਹੈ। ਇਹ ਜਿੰਨੀ ਚੇਂਜ ਇਹਦੇ 'ਚ ਆਉਂਦੀ ਹੈਗੀ। ਇੱਥੇ ਬੜੇ ਬੜੇ ਆ ਕੇ ਚਲੇ ਗਏ, ਕੁਝ ਕੁ ਬੰਦੇ ਬਦਲ ਗਏ, ਬਾਕੀ ਇਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਰਹਿ ਗਏ। ਸੋ ਪਰਮਾਤਮਾ ਇਹ ਸਾਰੇ ਸਬੱਬ ਬਣਾਉਣ ਵਾਲਾ ਹੈ। ਸੋ ਕਹਿੰਦੇ ਅਕ੍ਰਿਤਾ ਕ੍ਰਿਤ ਹੈ, ਜੋ ਨਹੀਂ ਕੀਤਾ ਜਾ ਸਕਦਾ ਤੂੰ ਉਸਨੂੰ ਕਰਨ ਵਾਲਾ ਹੈ। ਅੰਮ੍ਰਿਤਾ ਅੰਮ੍ਰਿਤ ਹੈ, ਜੋ ਨਹੀਂ ਮਰ ਸਕਦਾ ਤੂੰ ਉਸਨੂੰ ਮਾਰਨ ਵਾਲਾ ਹੈ। ਫਿਰ ਦੇਖ ਲਓ, ਅਜਪਾ ਜਪ ਹੈ, ਜੋ ਨਹੀਂ ਜਪਿਆ ਜਾ ਸਕਦਾ ਤੂੰ ਉਹ ਜਪ ਹੈ। ਅਥਪਾ ਥਪ ਹੈ, ਜੋ ਨਹੀਂ ਥਾਪਿਆ ਜਾ ਸਕਦਾ ਤੂੰ ਉਹ ਥਪ ਹੈ। ਆ ਤੂੰ ਉਹ ਮੂਰਤੀ ਹੈ ਜਿਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਅਕ੍ਰਿਤਾ ਕ੍ਰਿਤ ਹੈ, ਜੋ ਨਹੀਂ ਕੀਤਾ ਜਾ ਸਕਦਾ ਤੂੰ ਉਸਨੂੰ ਕਰਨ ਵਾਲਾ ਹੈ। ਅੰਮ੍ਰਿਤਾ ਅੰਮ੍ਰਿਤ ਹੈ, ਜੋ ਅਮਰ ਹੈ, ਜੋ ਨਹੀਂ ਮਰਨ ਵਾਲਾ ਤੂੰ ਉਸਨੂੰ ਮਾਰ ਸਕਦਾ ਹੈ। ਅੱਗੇ ਕਹਿੰਦੇ ਫਿਰ ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ। ਅੰਮ੍ਰਿਤਾ ਜੋ ਨਹੀਂ ਮਰਦੇ, ਅੰਮ੍ਰਿਤਾ ਅੰਮ੍ਰਿਤ ਹੈ, ਜੋ ਨਹੀਂ ਮਰਦੇ ਤੂੰ ਉਹਨਾਂ ਨੂੰ ਮਾਰਨ ਵਾਲਾ ਹੈ। ਕਰੁਣਾ ਕ੍ਰਿਤ ਹੈ, ਤੂੰ ਦਇਆ ਕਰਨ ਵਾਲਾ ਹੈ। ਕਰੁਣਾ ਦਇਆ ਨੂੰ ਕਹਿੰਦੇ, ਕ੍ਰਿਤਨ ਦਾ ਕਰਨ ਵਾਲਾ। ਤੂੰ ਦਇਆ ਕਰਨ ਵਾਲਾ ਹੈ। ਪਰਮਾਤਮਾ ਦੂਜਿਆਂ ਦਇਆ ਕਰਦਾ, ਜੀਵਨ ਦਇਆ ਕਰਦਾ, ਤੂੰ ਦਇਆ ਕਰਨ ਵਾਲਾ ਹੈ। ਅਕ੍ਰਿਤਾ ਕ੍ਰਿਤ ਹੈ, ਜੋ ਨਹੀਂ ਕੀਤਾ ਜਾ ਸਕਦਾ ਤੂੰ ਉਸਨੂੰ ਕਰ ਸਕਦਾ ਹੈ। ਧਰਨੀ ਧ੍ਰਿਤ ਹੈ, ਧਰਨੀ ਮਨੇ ਧਰਤੀ, ਧ੍ਰਿਤ ਮਨੇ ਆਸਰਾ, ਤੂੰ ਧਰਤੀ ਦਾ ਆਸਰਾ ਹੈ। ਧ੍ਰਿਤ ਹੁੰਦਾ ਆਸਰਾ, ਧਰਨੀ ਮਨੇ ਧਰਤੀ। ਅੰਮ੍ਰਿਤਾ ਅੰਮ੍ਰਿਤ ਹੈ, ਜੋ ਨਹੀਂ ਮਰਦੇ ਤੂੰ ਉਹਨਾਂ ਨੂੰ ਮਾਰ ਸਕਦਾ ਹੈ। ਕਰੁਣਾ ਕ੍ਰਿਤ ਹੈ, ਤੂੰ ਦਇਆ ਕਰਨ ਵਾਲਾ ਹੈ। ਅਕ੍ਰਿਤਾ ਕ੍ਰਿਤ ਹੈ, ਜੋ ਨਹੀਂ ਕੀਤਾ ਜਾ ਸਕਦਾ ਤੂੰ ਉਸਨੂੰ ਕਰ ਸਕਦਾ ਹੈ। ਧਰਨੀ ਧ੍ਰਿਤ ਹੈ, ਤੂੰ ਧਰਤੀ ਦਾ ਆਸਰਾ ਹੈ। ਧ੍ਰਿਤ ਹੁੰਦਾ ਆਸਰਾ। ਅਮਿਤੇਸ਼ਵਰ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ। ਅਮਿਤੇਸ਼ਵਰ ਹੈ, ਅਮਿਤ ਹੁੰਦਾ ਜਿਹਦੀ ਕੋਈ ਹੱਦ ਹੋਵੇ। ਕਹਿੰਦੇ ਉੱਥੇ ਜਾ ਕੇ ਚੀਜ਼ ਖਤਮ ਹੋ ਗਈ, ਹੱਦ ਹੈ ਉਹਦੀ। ਪਰਮਾਤਮਾ ਦੀ ਕੋਈ ਹੱਦ ਨਹੀਂ। ਪਰਮਾਤਮਾ ਅਮਿਤ ਹੈ, ਹੱਦ ਬੰਨੇ ਤੋਂ ਰਹਿਤ ਹੈ। ਅਤੇ ਅੱਗੇ ਅੱਗੇ ਈਸ਼ਵਰ ਮਾਲਕ ਪਰਮਾਤਮਾ ਅਮਿਤੇਸ਼ਵਰ ਹੈ। ਹੇ ਪਰਮਾਤਮਾ ਤੂੰ ਹੱਦ ਬੰਨੇ ਤੋਂ ਰਹਿਤ ਹੈ। ਤੇਰੀ ਕੋਈ ਹੱਦ ਨਹੀਂ ਵੀ ਇੱਥੇ ਜਾ ਕੇ ਤੂੰ ਮੁੱਕ ਗਿਆ ਹੈ। ਇਸ ਲਈ ਉਹਨੂੰ ਬੇਅੰਤ ਕਹਿੰਦੇ ਨੇ। ਅੰਤ ਖਾਤਮਾ, ਬੇਅੰਤ ਜਿਹਦਾ ਕਿਤੇ ਖਾਤਮਾ ਹੀ ਨਾ ਹੋਵੇ, ਕਿਤੇ ਮੁੱਕ ਹੀ ਨਾ। ਸੋ ਅਮਿਤ ਦਾ ਮਤਲਬ ਬੇਅੰਤ ਹੀ ਹੈ। ਹੇ ਪਰਮਾਤਮਾ ਤੂੰ ਬੇਅੰਤ ਹੈ, ਪਰਮੇਸ਼ਵਰ ਹੈ, ਤੂੰ ਸਭ ਤੋਂ ਵੱਡਾ ਮਾਲਕ ਹੈ। ਪਰਮੇਸ਼ਵਰ ਪਿੱਛੇ ਆਇਆ ਮਾਲਕ। ਤੂੰ ਸਭ ਤੋਂ ਵੱਡਾ ਮਾਲਕ ਹੈ। ਤੂੰ ਹੱਦ ਬੰਨੇ ਤੋਂ ਰਹਿਤ ਮਾਲਕ ਹੈ। ਭਾਵ ਤੂੰ ਪਰਮਾਤਮਾ ਹੈ, ਅਮਿਤੇਸ਼ਵਰ, ਜਿਹਦਾ ਕੋਈ ਹੱਦ ਬੰਨਾ ਨਹੀਂ ਹੈ।
तू हद बने तो रहत है, परमेश्वर है तू सब तो वड्डा है। अकृता अकृत है, जो नहीं कीता जा सकता तू करन वाला है। अमृता अमृत है, जो नहीं मरदा तू उसनू मारन वाला है। कई शब्द वारी वारी आ रहे ने, अगर आप याद कर ली ना फिर अपना सौखा रहेगा। अकृता अकृत है, जो नहीं कीता जा सकता तू उसनू करन वाला है। अमृता अमृत है, जो नहीं मरदा तू उसनू मारन वाला है। अगे कहते अजबा कृत है, आश्चर्य अजीब नूं कहंदे अजबा कृत है, तू आश्चर्य कम करन वाला है। कृत हुंदा करन वाला, तू आश्चर्य कम करन वाला है। कई बार आप देख बड़े आश्चर्य होंगे हैं, परमात्मा ऐसी घटनावां घटा दिंदा बंदा हाँ आश्चर्य रह जाता है। हाँ देखो करोना फैलाता पूरा सारे संसार च, कोई देश नहीं छड्डिया, कोई देश छड्डिया। ਉਹਦੇ ਵੀ अजीब कर्म ने। आश्चर्य अजबा कृत है, तू आश्चर्य काम करन वाला है। अमृता मृत है, जो नहीं मरदे तू उन्होंने मारन वाला है। नर नायक है, तू मनुखा दा मालिक है। नर मने मनुख, तू नायक मालिक नूं कहंदे ने। तू मनुखा दा मालिक है। खाल घायक है, मूर्खा नूं मारन वाला है। तू मूर्खा नूं मारन वाला है। अजबा कृत है, आश्चर्य काम करन वाला है। अमृता मृत है, जो नहीं मरदे तू उन्होंने मारन वाला है। नर नायक है, तू मनुखा दा मालिक है, उनका आगू है, लीडर है, उनका मालिक है। खाल घायक है, खाल मूर्ख नूं कहंदे, घायक मारन वाले कहंदे। तू मूर्खा नूं मारन वाला है। अगे कहंदे विश्वंबर है। दो शब्द बने विश्व अंबर। विश्व संसार, अंबर पालन वाला, पेट भरन वाला। विश्वंबर है, तू सारे संसार नूं पालन वाला है। करुणालय है, तू दया दा घर है। देखो पहला भी आए हुए ने दोनों शब्द। विश्वंबर है, तू संसार नूं पालन वाला है। करुणालय है, तू दया दा घर है। आलय मैंने घर, करुण दया। तू दया दा घर है, भाव तू बहुत दयालु है। ये सिद्धा अर्थ है करुणालय है, तू दया दा घर है। फिर आप समझाने भाव तू बहुत दयालु है। नृप नायक है, नृप राजे नूं कहंदे ने। तू राजियां दा मालिक है। नृप राजे नूं कहंदे ने, नायक मालिक नूं कहंदे ने। कहंदे सर्व भवन के नायका, एक क्षण दर्श दिखाए जिया। तू सारे संसार दा मालिक है। नृप नायक है, तू राजियां दा मालिक है। जिन्हों आप कहें तू राजियां दा राजा है। सर्ब पायक है, तू सारियां दी रखिया करन वाला है। पायक रखिया करन वाला भी हुंदा। ਜਾਂ सारे तेरे दास ਹਨ। पायक दास ਨੂੰ भी ਕਹਿੰਦੇ ਨੇ। पायक मैंने दास भी ਹੁੰਦਾ है, पायक मैंने रखिया करने वाला भी ਹੁੰਦਾ है। इत्थे फिर रखिया करने वाला ज़्यादा जुड़ेगा, क्योंकि नृप नायक हैं, तू राजियां दा मालिक हैं, सर्ब पायक हैं, तू सारियां दी रखिया करने वाला है। भाव भंजन है, भावन दा डर। कहते भाव सागर, वो सागर जिन्हों वेख के डर लगे, बहुत बड़ा। भाव भंजन है, तू डर नूं नाश करने वाला है। कि जो फिर बंदे नूं वो बहादुरी दे दिंदा है, बंदा डर नूं हट जाता है। कोई डरपोक हुंदे ने, वो डरते रहिंदे ने। कई बड़े बहादुर हुंदे ने, परवाह ही नहीं करते, नहीं करते। चाहे 10 बंदे अगे आ जाए कुट्टण, वो कल्ले ही नहीं परवाह करता। आओ कहते देखते तुहानूं,
क्योंकि संसार की आदत है डरे नूं डराउंदे। कुत्ता है, तुसीं उहनूं वेख के भज लो, तुहाडे मगर भज लेगा वो, फिर शेर हो जाए भी हाँ मेरे तो बंदा डर गया, तुहानूं पाड़ सुटेगा। तो कुत्ता खड़ा है, तुसीं लंघ जाओ। कई बार बच्चे कुत्ते नूं वेख के भज लैंदे ने, कुत्ता उन्हां दे मगर भज लैंदा। सारी दुनिया डरे नूं डराउंदी है, तुसीं डरनों हट जाओ, लोग तुहानूं डराउणों हट जाणगे, लोग तुहानूं डराउणों हट जाणगे। तो मैं हुण तो पक्का सारा हो गया, घर दे अगे पहलां कच्चा थां होया करदा सी, कच्चे थां सूर आ जाया करदे सन, कच्चे थां वो अपनी बूथी नाल फरोलदे रहिंदे, विचों कोई मोटा सारा सूर है। मैं कुदरती गेट दे विच कुर्सी ढा के बैठा, एक कुत्ता आ गया, कुत्ते दी आदत भौंकना, तां कि क्यों कुत्ते वांग भौंक रहे, ये बिना वजह भौंकी जांदे ने। हुण कुत्ता घर च है, बंदा गली चों लंघ रहा भौंकेगा भी दस तैनूं की तकलीफ है, बई तेरे घर अंदर आया, हाँ तू तो घर दी राखी करदा ना कि गलियां दी राखी करदा। हाँ कोई गेट दे अंदर आ गया, फिर तेरा भौंकना फर्ज बनता है भी तू भाई किवें बिना मालक नूं पुछे बिना तू किवें आ गया ना। बंदा गली च जा रहा, हुण हाथी जा रहा, हाथी कुछ नहीं कह रहा, कतीड़ उहदे मगर लगे भौंकी जांदे ने। आ मंगते ना वेख के भी कुत्ते भौंकण लग जाना, इसलिए उन्होंने भी सोटी रखी भी आओ नेड़े दस दे तुहानूं। सारे मंगत्यां कोल तकरीबन सोटियां होंदी, इन्हां पता होंदा ओपरा है, इन्हां नूं पहचान है भी साडी कलोनी दा नहीं, ये कोई ओपरा है पैंदा। पाप उन्हां दी आदत है भौंकण दी, सुभाव हुंदे ने अपने अपने। इसलिए जिहड़ा परमात्मा है वो डर नूं दूर करने वाला है। तो मैं दस रहा सी सूर जिहड़ा है, कुत्ता भौंके, सूर अपना खा रहा जो गंद में खाना, जदों कुत्ता नेड़े जावे सूर उहदे वल ऐन सिर मारे, कुत्ता डर के पीछे हट जाए। मैं देखद्या भी मेरा भी ना बोल बोल के गला खराब है, कुत्ते का मैं गला देखदा किन्नी कि देर काम करदा है। अद्धा घंटा लगा रहा कुत्ता, सूर ने परवाह ही नहीं, कुत्ता भौंक भौंक के ना जे मैं बैठा सी वो भी आराम नाल बह गया। हाँ मैं जे सूर भज लैंदा इस कुत्ते ने लत्तां पड़ देनियां सन। सूर खड़ा भी आ दसदा मैं तैनूं। हाँ सो फिर मैं देखिया भी ओहो दुनिया तो डरदे नूं डराउंदी है, तुसीं डरनों हट जाओ, डरनों हट जाओ। तुसीं की गल एक दो बारी कुट लैणगे तुहानूं, फिर नहीं छेती छेती नहीं तुहानूं हत्थ पाउंदे भी, तो परवाह तो भजदा ही नहीं है, ये तो अगों लड़ाई करदा है, ये तो बराबरी अगों करदा। इसलिए तो जे भज ले हत्थ जोड़ना जी कुछ ना को फिर होर सगों करदे। हत्थ जोड़ना किसी तुहानूं छड्ड नहीं देना, तरले कड्ढण नाल नहीं किसी तुहानूं छड्डना। जिहड़े ज़ालम लोग हुंदे ने तो इन्हां ते तरलिਆਂ ਦਾ कोई असर नहीं हुंदा। जिहड़े ज़ालम लोग हुंदे ना इन्हां ते तरले मिन्नतां दा कोई असर नहीं हुंदा, इन्हां ते जुल्म करना है, इन्हां दा तो फिर मुकाबला ही करना पैंदा। हुण छेवें पातशाह ने जो देखिया भी पंचम पातशाह शहीदी देती है, ये राजा का कोई असर ही नहीं होया, ये तो असर ही कोई नहीं होया। उन्होंने फिर मुकाबला करना पाया, हथियार बंद है, फौजा कट्ठियां करनी पई। नवें पातशाह ने शहीदी देती, औरंगजेब ते कोई असर नहीं होया, फिर दसम पातशाह ने फौजा कट्ठियां करनी पई। भी ज़ालम लोग ने इन्हां दा जिहड़ा फिर मुकाबला करना, इन्हां अगे निमरता वाली कोई गल नहीं हैगी। सो इसलिए ये असूल है जिंदगी का, जिहड़ा डरदा दुनिया उसे नूं ही डराउंदी है। तुसीं डरनों हट जाओ, तुहानूं डराउणों हट जाणगे। सो गुरु महाराज कहंदे भव भंजन है, तू डर नूं दूर करने वाला है। अर गंजन है, अर अरी हिंदी वाले अरे दुश्मन नूं कहंदे। आपां अगर हारे नूं सिहारी नहीं बोलते गुरबाणी, इसलिए आपां अर बोलते हैं, असल उच्चारण अरे। अरे गंजन है, तू दुश्मनों नूं नाश करने वाला है। रिप तापन है, हिंदी शब्द रिपू पप्पे नूं औंकड़ नाल है, ये तो उन्हें बहुवचन बनाण करके औंकड़ नहीं लाया। रिप तापन है, रिप भी दुश्मन नूं कहंदे ने, तापन नूं दुखी करना। तू दुश्मन नूं दुखी करने वाला है।
कई बार तो मारदा है, कई बार दुखी करता रहिंदा, कोई नहीं करदा मैं तेनों ठीक, दुखी हो ही जा। कई बार बंदा किन्ना किन्ना दुखी रहिंदा, मरदा नहीं, बड़ा ही दुखी रहिंदा है। ਲੱਖਾਂ ਰੁਪਈਏ ਬਿਮਾਰੀ ਦੇ ਲੱਗ ਜਾਂਦੇ ਨੇ, ਨਾ ਬਿਮਾਰੀ ਹਟਦੀ ਹੈ ਨਾ ਉਹ ਮਰਦਾ ਹੈ, ਦੁਖੀ ਰਹਿੰਦਾ। ਜਦੋਂ ਇਹੋ ਜਿਹੀ ਅਵਸਥਾ ਫਿਰ ਮੈਨੂੰ ਕਹਿੰਦੇ ਬਾਬਾ ਜੀ ਕੋਈ ਦਿਓ ਪਾੜ ਜੀ। ਮੈਂ ਦੇਖੋ ਸਮੇਂ ਤੋਂ ਪਹਿਲਾਂ ਕੋਈ ਨਹੀਂ ਮਰ ਸਕਦਾ, ਮੇਰੇ ਕੋਲ ਐਸਾ ਕੋਈ ਪਾਠ ਨਹੀਂ ਜਿਹੜਾ ਕਿਸੇ ਨੂੰ ਸਮੇਂ ਤੋਂ ਪਹਿਲਾਂ ਮਾਰ ਸਕੇ। ਮੈਂ ਤਾਂ ਇਹ ਪਾਠ ਦੇ ਦਿੰਦਾ ਵੀ ਇਹਦੀ ਜਾਨ ਸੌਖੀ ਨਿਕਲੇ, ਵੀ ਬਹੁਤਾ ਤੜਫੇ ਨਾ, ਤੁਸੀਂ ਇਹ ਪਾਠ ਕਰੋ ਇਹਦੀ ਜਾਨ ਥੋੜ੍ਹੀ ਸੌਖੀ ਨਿਕਲੇ। ਬਾਕੀ ਮਰਨਾ ਜਿਸ ਦਿਨ ਮਰਨਾ ਉਦੋਂ ਹੀ ਮਰਨਾ, ਮਰਨਾ ਤਾਂ ਉਸੇ ਦਿਨ ਹੀ ਜਿੱਦਾਂ ਮਰਨਾ, ਉਹ ਤੋਂ ਪਹਿਲਾਂ ਨਹੀਂ ਕੋਈ ਮਾਰ ਸਕਦਾ ਸਾਨੂੰ। ਧਮਕੀ ਪੱਤਰ ਜਿੰਨੇ ਮਰਜ਼ੀ ਦੇਈ ਜਾਓ ਕਿਸੇ ਨੂੰ, ਧਮਕੀਆਂ ਦਾ ਕੀ ਹੁੰਦਾ, ਮੈਂ ਤੈਨੂੰ ਮਾਰ ਦਾਂਗਾ, ਮੈਂ ਤੈਨੂੰ ਇਹ ਕਰ ਦਾਂਗਾ, ਮੈਂ ਤੈਨੂੰ ਉਹ ਕਰ ਦਾਂਗਾ, ਡਰਾਵੇ ਦਿੰਦੇ ਨਾ। ਧਮਕੀਆਂ ਨਾਲ ਕੀ ਬਣਦਾ? ਮਾਰਨਾ ਤਾਂ ਪਰਮਾਤਮਾ ਨੇ ਹੈ, ਜਦੋਂ ਉਹਦਾ ਹੁਕਮ ਹੋ ਜਾਏਗਾ ਸਾਨੂੰ ਕੋਈ ਬਚਾ ਨਹੀਂ ਸਕਦਾ, ਉਹਦਾ ਹੁਕਮ ਨਹੀਂ ਹੋਇਆ ਸਾਨੂੰ ਕੋਈ ਮਾਰ ਨਹੀਂ ਸਕਦਾ। ਸੋ ਇਸ ਲਈ ਡਰ ਡਰ ਕੇ ਜਿਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਮੌਤ ਆਈ ਹੈ ਉਦੋਂ ਹੀ ਆਈ ਹੈ, ਉਹ ਤੋਂ ਪਹਿਲਾਂ ਐਵੇਂ ਹੀ ਡਰ ਡਰ ਕੇ ਮਰੀ ਜਾਂਦਾ, ਕਿਆ ਫਾਇਦਾ? ਕੋਈ ਜ਼ਰੂਰੀ ਨਹੀਂ ਕਿ ਅਸੀਂ ਕਰੋਨੇ ਨਾਲ ਹੀ ਮਰਨਾ ਹੈ। ਕੁੰਨੀ ਦੁਨੀਆ ਕੈਂਸਰ ਨਾਲ ਮਰਦੇ, ਕੋਈ ਐਕਸੀਡੈਂਟ ਮਾਰਿਆ, ਕੋਈ ਕਾਸੇ ਨਾਲ ਮਾਰਿਆ, ਕੋਈ ਕਾਸੇ ਨਾਲ ਮਾਰਿਆ ਹੈ। ਮੌਤ ਤਾਂ ਪਹਿਲਾਂ ਹੀ ਲਿਖੀ ਹੋਈ ਹੈ। ਜੇ ਧਰਮ 'ਚ ਵਿਸ਼ਵਾਸ ਹੈ ਤੁਹਾਨੂੰ, ਤਾਂ ਮੌਤ ਕਦੋਂ ਆਉਣੀ ਹੈ, ਕਿੱਥੇ ਆਉਣੀ ਹੈ, ਕਿਸ ਕਾਰਨ ਆਉਣੀ ਹੈ, ਇਹ ਤਿੰਨੋਂ ਚੀਜ਼ਾਂ ਪਹਿਲਾਂ ਲਿਖੀ ਹੁੰਦੀਆਂ ਨੇ। ਜਦੋਂ ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਫਿਰ ਸਾਡੀ ਡੈਥ ਹੋਏਗੀ। ਇਸ ਲਈ ਅਸੀਂ ਜਿੱਦੇ ਮਰਨਾ ਉਦੋਂ ਹੀ ਮਰਨਾ। ਕੋਈ ਕਹੇ ਮੈਂ ਆਤਮ ਹੱਤਿਆ ਕਰਕੇ ਮਰ ਜਾਵਾਂਗਾ, ਕਈ ਵਾਰ ਅਖਬਾਰ 'ਚ ਆਉਂਦਾ ਉਹਨੇ ਛਾਲ ਮਾਰਤੀ ਨਹਿਰ 'ਚ ਆਤਮ ਹੱਤਿਆ ਕਰ ਲਈ। ਕੋਲ ਕੋਈ ਖਲੋਤਾ ਸੀ ਉਹਨੇ ਵੀ ਛਾਲ ਮਾਰਤੀ, ਉਹਨੂੰ ਬਚਾ ਕੇ ਬਾਹਰ ਕੱਢ ਲਿਆ, ਕਰ ਲਿਆ ਆਤਮ ਹੱਤਿਆ। ਅਤੇ ਕਈ ਵਾਰੀ ਅਸੀਂ ਆਤਮ ਹੱਤਿਆ ਨਹੀਂ ਕਰਨਾ ਚਾਹੁੰਦੇ। ਕਈ ਦੇਖੇ ਮੈਂ ਬੇਵਕੂਫ ਜਿਹੜੇ ਲੋਕ ਨੇ ਉਹ ਸੈਲਫੀ ਲੈ ਰਹੇ ਹੁੰਦੇ ਨੇ, ਉਹ ਪਿੱਛੇ ਪਿੱਛੇ ਹਟੀ, ਉਹਦੀ ਧੜਮ ਕਰਕੇ ਨਹਿਰ 'ਚ ਗਏ, ਚਲੋ ਜੀ ਸਤਿ ਸ਼੍ਰੀ ਅਕਾਲ, ਖਤਮ। ਹਾਲਾਂਕਿ ਮਰਨਾ ਨਹੀਂ ਸਨ ਚਾਹੁੰਦੇ, ਪਰ ਸਬੱਬ ਬਣ ਗਿਆ। ਸੈਲਫੀ ਲਈ ਕੇ ਧਿਆਨ ਸੈਲਫੀ ਵੱਲ ਹੋ ਗਿਆ, ਪਿੱਛੇ ਹਟੀ ਕੇ ਉਹਦੀ ਪਤਾ ਨਹਿਰ 'ਚ ਡਿੱਗ ਪਈ। ਕਈ ਆਉਂਦੇ ਜੀ ਉਹ ਜੀ ਤਰਨ ਗਏ ਸਾਂ, ਡੁੱਬ ਗਏ। ਮੈਂ ਠੀਕ ਤਰਨ ਕਾ ਸੁਆਹ ਤਰਨ ਗਏ ਸੀ, ਚੰਗਾ ਹੋਇਆ ਮੈਂ ਡੁੱਬ ਗਏ। ਇਹ ਨਹੀਂ ਪਤਾ ਸਾਨੂੰ ਨਹੀਂ ਤਰਨਾ ਹੁੰਦਾ, ਅਸੀਂ ਥੋੜ੍ਹੇ ਪਾਣੀ 'ਚ ਰਹੀਏ। ਹੁਣ ਮੈਨੂੰ ਪਤਾ ਮੈਨੂੰ ਨਹੀਂ ਤਰਨਾ ਆਉਂਦਾ, ਮੈਂ ਸਰੋਵਰ 'ਚ ਲੱਖ ਤੋਂ ਅੱਗੇ ਜਾਂਦੇ ਹੀ ਨਹੀਂ। ਮੈਂ ਸਰੋਵਰ ਜਦੋਂ ਇਸ਼ਨਾਨ ਕਰਨ ਕਿ ਸਰੋਵਰ 'ਚ ਇਸ਼ਨਾਨ ਕਰਦੇ ਜੇ ਲੱਖ ਤੱਕ ਪਾਣੀ ਹੈ ਤਾਂ ਬਸ ਆਪਣੀ ਡੁੱਬਕੀ ਬਾਰੀ ਬਾਹਰ ਨਿਕਲੇ। ਕਿ ਸਰੋਵਰ ਦੇ ਕਿਹੜਾ ਸਰੀਰ ਨੂੰ ਮਲਣਾ, ਉਹ ਤਾਂ ਮਲ ਨਹੀਂ ਦਿੰਦੇ। ਸ਼ੁਰੂ 1974 ਦੀ ਗੱਲ ਹੈ, ਪਹਿਲੀ ਵਾਰੀ ਮੈਂ ਸਰੋਵਰ 'ਚ ਇਸ਼ਨਾਨ ਕੀਤਾ ਅੰਮ੍ਰਿਤਸਰ। ਉਦੋਂ ਭੀੜ ਭੜੱਕਾ ਬਹੁਤ ਘੱਟ ਹੁੰਦਾ ਸੀ, ਕੋਈ ਲੈਣਾ ਨਹੀਂ ਸੀ ਲੱਗਦੀ ਮੱਥਾ ਟੇਕਣ ਲਈ। ਆਹ ਮੱਥਾ ਟੇਕੋ, ਖੁੱਲ੍ਹੇ ਸੀ, ਨੰਗੇ ਸਿਰ ਲੋਕ ਨਹਾ ਰਹੇ ਹੁੰਦੇ ਸਨ। ਇਹ ਤਾਂ ਹੁਣ ਬਾਅਦ 'ਚ ਹੋ ਗਿਆ ਵੀ ਸਿਰ ਢਕੋ ਜੀ। ਹੁਣ ਤਾਂ ਜੇ ਸਿਰ ਢੱਕੇ ਤਾਂ ਮੂੰਹ ਨਹੀਂ ਧੋਂਦਾ ਚੱਜ ਨਾਲ, ਅਤੇ ਉਹ ਮਲਣ ਮੈਂ ਲੱਗ ਗਿਆ ਮਲਣ। ਉਹ ਮਿਲ ਕੇ ਉਹ ਗੁਰਮੁਖਾ ਮਲ ਕੇ ਨਹੀਂ ਨਹਾਉਣਾ। ਅੱਛਾ ਜੀ। ਸੋ ਕਈ ਗੱਲਾਂ ਤਾਂ ਨਹੀਂ ਪਤਾ ਹੁੰਦਾ, ਫਿਰ ਕੋਈ ਨਾ ਕੋਈ ਦੱਸਦਾ ਹੈ ਇਹ ਜਿਹੜਾ ਹੈ ਮਲ ਮਲ ਕੇ ਨਹੀਂ ਇੱਥੇ, ਨਾ ਸਾਬਣ ਨਹੀਂ ਲਾਉਣਾ, ਮਲਣਾ ਨਹੀਂ ਹੈ, ਬਸ ਡੁਬਕੀ ਲਾਉਣੀ ਅਤੇ ਬਾਹਰ ਆ ਜਾਣਾ। ਖੈਰ, ਸੋ ਗੁਰੂ ਮਹਾਰਾਜ ਕਹਿੰਦੇ ਰਿਪ ਤਾਪਨ ਹੈ ਤੂੰ ਦੁਸ਼ਮਣਾਂ ਨੂੰ ਦੁਖੀ ਕਰਨ ਵਾਲਾ ਹੈ, ਜਪ ਜਾਪਨ ਹੈ ਤੂੰ ਜਾਪ ਕਰਾਉਣ ਵਾਲਾ ਹੈ। ਤੂੰ ਆਪ ਹੀ ਵਿੱਚ ਬੈਠ ਕੇ ਜਾਪ ਕਰਾਉਣਾ ਹੈ, ਸਿਮਰਨ ਕਰਾਉਣਾ ਹੈ। ਜਪ ਜਾਪਨ ਹੈ, ਜਾਪਣ ਦਾ ਜਪਾਉਣ ਵਾਲਾ, ਤੂੰ ਜਪ ਨੂੰ ਜਪਾਉਣ ਵਾਲਾ ਹੈ, ਤੂੰ ਸਿਮਰਨ ਕਰਾਉਣ ਵਾਲਾ ਹੈ। ਫਿਰ ਦੇਖੋ ਭਾਵ ਭੰਜਨ ਹੈ, ਭਾਵ ਡਰ ਨੂੰ ਕਹਿੰਦੇ ਨੇ। ਤੂੰ ਡਰ ਦਾ ਨਾਸ਼ ਕਰਨ ਵਾਲਾ ਹੈ। ਅਰੇ ਗੰਜਨ ਹੈ, ਤੂੰ ਦੁਸ਼ਮਣਾਂ ਨੂੰ ਮਾਰਨ ਵਾਲਾ ਹੈ। ਰਿਪ ਤਾਪਨ ਹੈ, ਤੂੰ ਦੁਸ਼ਮਣ ਨੂੰ ਦੁਖੀ ਕਰਨ ਵਾਲਾ ਹੈ। ਜਪ ਜਾਪਨ ਹੈ, ਤੂੰ ਜਾਪ ਕਰਾਉਣ ਵਾਲਾ ਹੈ। ਕਹਿੰਦੇ ਅਕਲੰਕ੍ਰਿਤ ਹੈ, ਇਹਨੂੰ ਅਕਲੰਗ ਨਹੀਂ ਪੜ੍ਹ ਦੇਣਾ, ਖਿਆਲ ਰੱਖਣਾ। ਇਹ ਅਕਲੰਗ ਨਹੀਂ ਹੈ, ਇਹ ਅਕਲੰਗ। ਅਕਲੰਗ ਕਲ ਹੁੰਦਾ ਟੁਕੜਾ, ਕਲ ਪੁਰਜੇ ਹੁੰਦੇ ਕਿ ਨਹੀਂ ਟੁਕੜਾ,
ਅਕਾਲ ਹੁੰਦਾ ਸੰਪੂਰਨ, ਜਿਹਦੇ ਟੁਕੜੇ ਨਾ ਕੀਤੇ ਜਾ ਸਕਣ। ਪਰਮਾਤਮਾ ਸੰਪੂਰਨ ਹੈ, ਇਸ ਨੂੰ ਕਹਿੰਦੇ ਅਕਲੰਗ। ਆ ਮਸ਼ੀਨਾਂ ਕਲਪੁਰਜੇ ਬਣਾਉਂਦੀਆਂ ਕਿ ਨਹੀਂ, ਭਾਗ ਟੁਕੜਾ ਬਣਾਉਂਦੀਆਂ ਨੇ। ਕਲ ਟੁਕੜੇ ਨੂੰ ਕਹਿੰਦੇ ਨੇ, ਅਕਾਲ ਪੂਰੇ ਨੂੰ ਕਹਿੰਦੇ, ਸੰਪੂਰਨ। ਅਕਲੰਗ ਕ੍ਰਿਤ ਹੈ, ਤੂੰ ਸੰਪੂਰਨ ਕ੍ਰਿਤ ਹੈ। ਤੇਰੀ ਬਣਾਈ ਹੋਈ ਚੀਜ਼ ਅਧੂਰੀ ਨਹੀਂ ਹੈ। ਕ੍ਰਿਤ ਹੁੰਦਾ ਬਣਾਉਣ ਵਾਲਾ ਹੈ, ਤੂੰ ਸੰਪੂਰਨ ਹੈ, ਅਧੂਰਾ ਨਹੀਂ ਹੈ, ਤੂੰ ਸੰਪੂਰਨ ਹੈ। ਸਰਬਾ ਕ੍ਰਿਤ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਹੈ। ਕਰਤਾ ਕਰ ਹੈ, ਤੂੰ ਰਚਨਾ ਕਰਨ ਵਾਲਾ ਹੈ। ਕਰ ਰਚਨਾ ਬਣਾਉਣ ਵਾਲਾ ਹੈ, ਤੂੰ ਸ੍ਰਿਸ਼ਟੀ ਬਣਾਉਣ ਵਾਲਾ ਹੈ। ਕਰਤਾ ਹੈ ਤੂੰ ਹਰ ਚੀਜ਼ ਨੂੰ ਰਚ ਸਕਦਾ ਹੈ, ਰਚਣ ਵਾਲਾ ਹੈ। ਕਰਤਾ ਕਰ ਹੈ, ਤੂੰ ਸਾਰੀ ਰਚਨਾ ਦਾ ਕਰਤਾ ਹੈ। ਤੂੰ ਸਾਰੀ ਜੋ ਤੂੰ ਬਣਾਇਆ ਨਾ, ਰਚਨਾ ਕੀਤੀ, ਉਹਦਾ ਤੂੰ ਕਰਤਾ ਹੈ, ਬਣਾਉਣ ਵਾਲਾ ਹੈ। ਹਰਤਾ ਹਰ ਹੈ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਹਰਤਾ ਦਾ ਨਾਸ਼ ਕਰਨ ਵਾਲਾ। ਹੇ ਹਰੇ, ਤੂੰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ। ਕਰਤਾ ਕਰ ਹੈ, ਤੂੰ ਰਚਨਾ ਨੂੰ ਬਣਾਉਣ ਵਾਲਾ ਹੈ। ਸਰਬਾ ਕ੍ਰਿਤ ਹੈ, ਤੂੰ ਸਾਰਿਆਂ ਨੂੰ ਰਚਣ ਵਾਲਾ ਹੈ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਹੈ। ਸਾਰੀ ਜਿਹੜੀ ਕ੍ਰਿਤ ਹੈ ਇਹ ਤੇਰੀ ਹੈ, ਤੂੰ ਸਭ ਨੂੰ ਬਣਾਇਆ ਹੋਇਆ ਹੈ। ਅਕਲੰਕ ਕ੍ਰਿਤ ਹੈ, ਤੂੰ ਸੰਪੂਰਨ ਹੈ। ਤੇਰੀ ਕ੍ਰਿਤ ਸੰਪੂਰਨ ਹੈ। ਸਰਬਾ ਕ੍ਰਿਤ ਹੈ, ਤੂੰ ਸਾਰਿਆਂ ਨੂੰ ਰਚਣ ਵਾਲਾ ਹੈ। ਕਰਤਾ ਕਰ ਹੈ, ਤੂੰ ਰਚਨਾ ਦਾ ਕਰਤਾ ਹੈ। ਭਾਵ ਹੈ ਤਾਂ ਅਰਥ ਉਹੀ, ਰਚਨਾ ਕਰਨ ਵਾਲਾ। ਹਰਤਾ ਹਰ ਹੈ, ਤੂੰ ਨਾਸ਼ ਕਰਨ ਵਾਲਾ ਹੈ। ਬਣਾਉਣਾ ਵੀ ਹੈ, ਫਿਰ ਨਾਸ਼ ਵੀ ਕਰਦਾ। ਇਹ ਜ਼ਰੂਰੀ ਹੈ, ਨਹੀਂ ਤਾਂ 84 ਲੱਖ ਜੂਨੀਆਂ ਨੇ, ਇਹ ਤਾਂ ਕੁਝ ਸਾਲਾਂ ਦੀ ਕੁਰਬਲ ਹੋ ਜਾਂਦੀ ਜੇ ਕੋਈ ਮਰਦਾ ਹੀ ਨਾ ਤਾਂ। ਜ਼ਿੰਦਗੀ ਜਿਉਣ ਦਾ ਆਨੰਦ ਹੀ ਖਤਮ ਹੋ ਜਾਣਾ ਸੀ। ਜ਼ਿੰਦਗੀ ਇੱਕ ਬੰਦਾ ਲੱਭੀ ਗਿਆ ਵੀ ਮੈਨੂੰ ਨਾ ਅੰਮ੍ਰਿਤ ਦਾ ਕੁੰਡ ਲੱਭ ਜੇ, ਮੈਂ ਉਹ ਪੀਵਾਂਗਾ, ਫਿਰ ਕਦੇ ਮਰਾਂ ਹੀ ਗਈ ਨਹੀਂ। ਇਤਿਹਾਸ ਕਹਿੰਦਾ ਉਹਨੂੰ ਆਬੇ ਹਯਾਤ, ਮੁਸਲਮਾਨ ਵੀਰ ਕਹਿੰਦਾ ਆਬੇ ਹਯਾਤ, ਜਿਹਨੂੰ ਪੀ ਕੇ ਬੰਦਾ ਕਦੇ ਮਰੇ ਹੀ ਨਾ, ਉਹਨੂੰ ਲੱਭ ਗਿਆ। ਉਹ ਲੱਗਾ ਪਾਣੀ ਪੀਣ, ਕੰਢੇ 'ਤੇ ਇੱਕ ਕਾਂ ਸੀ ਬੈਠਾ। ਉਹ ਕਹਿੰਦਾ ਪਾਣੀ ਨਾ ਪੀਵੀਂ। ਕਹਿੰਦਾ ਮੈਨੂੰ ਪਤਾ ਨਹੀਂ ਕਿੰਨੇ 100 ਸਾਲ ਹੋ ਗਏ, ਮੈਂ ਤਾਂ ਪਾਣੀ ਪੀ ਲਿਆ ਸੀ। ਬੁਢਾਪੇ 'ਚ ਮੇਰੇ ਸਾਰੇ ਖੰਭ ਝੜ ਗਏ ਨੇ, ਮੈਂ ਉੱਡ ਵੀ ਨਹੀਂ ਸਕਦਾ, ਪਰ ਮੈਂ ਹੁਣ ਮਰ ਵੀ ਨਹੀਂ ਸਕਦਾ, ਕਿਉਂਕਿ ਮੈਂ ਤਾਂ ਅਮਰ ਹੋ ਗਿਆ। ਇਹ ਪਾਣੀ ਪੀ ਕੇ, ਇਹ ਅੰਮ੍ਰਿਤ ਪੀ ਕੇ, ਇਹ ਆਬੇ ਹਯਾਤ ਪੀ ਕੇ ਹੁਣ ਮੈਂ ਮਰਦਾ ਹੀ ਨਹੀਂ। ਦੇਖ ਮੇਰੀ ਕੀ ਤਰਸਯੋਗ ਹਾਲਤ ਹੈ। ਕਹਿੰਦਾ ਦੇਖੀ ਕਿਤੇ ਪੀਵੀਂ ਨਾ, ਅਤੇ ਫਿਰ ਨਹੀਂ ਪੀਤੀ। ਸੋ ਇਸ ਲਈ ਸਦਾ ਜਿਉਣਾ ਇਸ 'ਚ ਵੀ ਕੋਈ ਆਨੰਦ ਨਹੀਂ ਹੈ। ਬੁੱਢੇ ਤਾਂ ਹੋਣਾ ਹੀ ਹੈ, ਬੁੱਢੇ ਤਾਂ ਹੋਣਾ ਹੀ ਹੈ। ਫਿਰ ਤੋਰੀ ਨਹੀਂ ਹੋਏਗਾ, ਮੰਜੇ 'ਤੇ ਪਿਆ ਹੈ, ਕੋਈ ਸੇਵਾ ਨਹੀਂ ਕਰ ਰਿਹਾ, ਜਾਨ ਵੀ ਨਹੀਂ ਨਿਕਲ ਰਹੀ, ਜਾਨ ਵੀ ਨਹੀਂ ਨਿਕਲ ਰਹੀ। ਜਦੋਂ ਬਹੁਤ ਦੇਰ ਬੰਦਾ ਬਿਮਾਰ ਰਹਿੰਦਾ, ਜਾਨ ਵੀ ਨਹੀਂ ਨਿਕਲਦੀ, ਫਿਰ ਅਗਲਾ ਤੰਗ ਅਰਦਾਸ ਕਰਾਉਂਦਾ, ਬਾਬਾ ਜੀ ਕੋਈ ਅਰਦਾਸ ਕਰੋ ਜੀ। ਅਤੇ ਮੈਂ ਕਿਹਾ ਵੀ ਇਹ ਠੀਕ ਵੀ ਨਹੀਂ ਹੋਵੇਗਾ, ਅਤੇ ਜੇ ਮਰੇਗਾ ਵੀ ਨਹੀਂ, ਅਤੇ ਪਾਠ ਕਰੋ, ਥੋੜ੍ਹਾ ਜਾਨ ਸੌਖੀ ਨਿਕਲ, ਜ਼ਿਆਦਾ ਤੜਫੇ ਨਾ, ਕਿਉਂਕਿ ਬੰਦਾ ਤੜਫ ਰਿਹਾ ਹੁੰਦਾ ਘਰ 'ਚ, ਅਤੇ ਫਿਰ ਬੜਾ ਔਖਾ ਹੁੰਦਾ, ਸਹਿਣ ਵੀ ਨਹੀਂ ਕਰ ਹੁੰਦਾ, ਇਹ ਨਹੀਂ ਕਰ। ਜੇ ਕਈ ਸਾਲਾਂ ਦੀ ਗੱਲ ਹੈ, ਇੱਕ ਤ੍ਰਿਪੜੀ ਦਾ ਬੰਦਾ ਹੈ, ਕਹਿੰਦੇ ਬਾਬਾ ਜੀ ਸਾਡੀ ਲੜਕੀ ਦੇ ਸਿਰ ਦੇ ਵਿੱਚ ਕੈਂਸਰ ਹੋ ਗਿਆ, ਮੇਰਾ 21 ਲੱਖ ਰੁਪਈਆ ਲੱਗ ਗਿਆ ਇਲਾਜ 'ਤੇ। ਡਾਕਟਰ ਨੇ ਜਵਾਬ ਦਿੱਤਾ ਆਪਣੇ ਘਰ ਲੈ ਜਾਓ। ਹੁਣ ਉਹ ਚੀਕਾਂ ਮਾਰਦੀ, ਦਰਦ ਹੁੰਦੀ ਉਹਨੂੰ ਸਿਰ 'ਚ, ਚੀਕਾਂ ਮਾਰਦੀ ਹੈ। ਓਪਰੇਸ਼ਨ ਉਹ ਕਰ ਨਹੀਂ ਸਕਦੇ, ਕਿਉਂਕਿ ਫਿਰ ਕੋਮਾ 'ਚ ਚਲੀ ਜਾਏਗੀ। ਹੁਣ ਸਿਰ ਦਾ ਦਿਮਾਗ ਦਾ ਆਪਰੇਸ਼ਨ ਹੈ, ਕਿਹੜਾ ਜਦੋਂ ਦਿਮਾਗ ਦਾ ਆਪਰੇਸ਼ਨ ਦਾ ਕੋਈ ਪਤਾ ਨਹੀਂ ਲੱਗਦਾ, ਸੁਰਤ ਆਵੇ ਨਾ ਆਵੇ, ਉਹ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ।
ਵੀ ਨਾ ਉਹਦੀ ਜਾਨ ਨਿਕਲਦੀ ਹੈ। ਡਾਕਟਰ ਰੱਖਦੇ ਨਹੀਂ, ਅਸੀਂ ਕਿ ਅਸੀਂ ਪੈਸੇ ਦੇ ਕੇ ਇਹਨੂੰ ਰੱਖ ਲਓ, ਨਾ ਕਦੇ ਅਸੀਂ ਨਹੀਂ ਰੱਖਦੇ। ਇਹ ਚੀਕਾਂ ਮਾਰਦੇ ਨੇ ਆਪਣੇ ਘਰ ਲੈ ਜਾਓ। ਕਿੰਨਾ ਔਖਾ ਹੁੰਦਾ। ਖਰਚਾ ਵੀ ਹੋ ਰਿਹਾ ਹੈ, ਪਰਿਵਾਰ ਦੇ ਜੀ ਦੁਖੀ ਵੀ ਹੋ ਰਹੇ ਨੇ। ਉਹ ਤਾਂ ਦੁਖੀ ਹੋਏ ਨੇ, ਪਰਿਵਾਰ ਦੇ ਜੀ ਵੀ ਦੁਖੀ ਹੁੰਦੇ ਨੇ। ਤਾਂ ਇਹ ਹੈ ਵੀ ਜੇ ਤਾਂ ਤੁਸੀਂ ਤੰਦਰੁਸਤ ਹੋ, ਫਿਰ ਤਾਂ ਹੁੰਦਾ ਮੈਂ ਹੋਰ 2-4 ਸਾਲ ਜਿਉਂ ਲਾਂ। ਕਹਿੰਦੇ ਬੰਦਾ ਹੋਰ ਜਿਉਂ ਲਾਂ, ਹੋਰ ਜਿਉਂ ਲਾਂ। ਪਰ ਜਿੱਦੇ ਬਿਮਾਰ ਹੋ ਕੇ ਫਿਰ ਕਦੋਂ ਜਾਨ ਨਿਕਲੇ। ਸੋ ਇਸ ਲਈ ਜਿਹੜਾ ਪਰਮਾਤਮਾ ਹੈ, ਹਰਤਾ ਹਰ ਹੈ, ਤੂੰ ਮਾਰਨ ਵਾਲਾ ਹੈ। ਕਰਤਾ ਕਰ ਹੈ, ਤੂੰ ਬਣਾਉਣ ਵਾਲਾ ਵੀ ਹੈ। ਹਰਤਾ ਹਰ ਹੈ, ਤੂੰ ਮਾਰਨ ਵਾਲਾ ਵੀ ਹੈ। ਅਕਲੰਕ ਕ੍ਰਿਤ ਹੈ, ਤੂੰ ਸੰਪੂਰਨ ਹੈ। ਸਰਬਾ ਕ੍ਰਿਤ ਹੈ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਹੈ। ਕਰਤਾ ਕਰ ਹੈ, ਤੂੰ ਕਰਨ ਵਾਲਾ ਹੈ। ਹਰਤਾ ਹਰ ਹੈ, ਤੂੰ ਨਾਸ਼ ਕਰਨ ਵਾਲਾ ਹੈ। ਪਰਮਾਤਮਾ ਹੈ, ਤੂੰ ਪਰਮ ਆਤਮਾ ਹੈ। ਪਰਮਾਤਮਾ, ਆਪਾਂ ਸਾਰੇ ਆਤਮਾ ਦੇ ਵਿੱਚ ਜਿਹੜੇ ਸਭ ਤੋਂ ਉੱਚੀ ਆਤਮਾ ਉਹਨੂੰ ਕਹਿੰਦੇ ਪਰਮਾਤਮਾ। ਇਕੱਠਾ ਕੀਤਾ ਪਰਮਾਤਮਾ। ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ। ਪਰਮਾਤਮ ਹੈ, ਤੂੰ ਸਭ ਤੋਂ ਵੱਡੀ ਆਤਮਾ ਹੈ, ਤੂੰ ਮਹਾਨ ਆਤਮਾ ਹੈ। ਆਤਮਾਵਾਂ ਦੇ ਵਿੱਚੋਂ ਸਭ ਤੋਂ ਵੱਡੀ ਆਤਮਾ ਉਹਨੂੰ ਕਹਿੰਦੇ ਪਰਮਾਤਮਾ। ਸਿਰਫ ਇੰਨੇ ਕਿ ਜਦੋਂ ਅਸੀਂ ਉਸ ਪਰਮਾਤਮਾ ਤੋਂ ਅਲੱਗ ਹੋਏ, ਹੈ ਤਾਂ ਅਸੀਂ ਆਤਮਾ, ਪਰ ਜਦੋਂ ਅਸੀਂ ਸਰੀਰ ਧਾਰਨ ਕੀਤਾ, ਸਾਡਾ ਨਾਂ ਹੋ ਗਿਆ ਜੀਵ ਆਤਮਾ। ਹੁਣ ਸਾਡੀ ਆਤਮਾ ਦਾ ਨਾਮ ਹੋ ਗਿਆ ਜੀਵ ਆਤਮਾ। ਹੈ ਅਸੀਂ ਰੱਬ ਦਾ ਹਿੱਸਾ, ਪਰ ਹੁਣ ਕਰਮ ਭੋਗਣ ਲਈ ਅਸੀਂ ਇਹ ਸਰੀਰ ਧਾਰਨ ਕਰ ਲਿਆ। ਪਰਮਾਤਮਾ ਹੈ, ਤੂੰ ਸਭ ਤੋਂ ਮਹਾਨ ਆਤਮਾ ਹੈ। ਸਰਬਾਤਮ ਹੈ, ਤੂੰ ਸਭ ਦੀ ਆਤਮਾ ਹੈ। ਸਰਬ ਸਾਰਿਆਂ ਨੂੰ ਕਹਿੰਦੇ। ਸਰਬਾਤਮ ਹੈ, ਤੂੰ ਸਾਰਿਆਂ ਦੀ ਆਤਮਾ ਹੈ। ਪਹਿਲਾਂ ਕਿਹਾ ਪਰਮਾਤਮਾ ਹੈ, ਤੂੰ ਸਭ ਤੋਂ ਵੱਡੀ ਆਤਮਾ ਹੈ, ਤੂੰ ਸਭ ਤੋਂ ਮਹਾਨ ਆਤਮਾ ਹੈ। ਸਰਬਾਤਮਾ ਹੈ, ਤੂੰ ਸਭ ਦੀ ਆਤਮਾ ਹੈ। ਆਤਮ ਵਸ ਹੈ, ਤੂੰ ਆਤਮਾ ਦੇ ਵਿੱਚ ਵਸਦਾ ਹੈ। ਤੂੰ ਹਰ ਇੱਕ ਆਤਮਾ 'ਚ ਵਸ ਰਿਹਾ। ਇਸ ਲਈ ਸਾਡੇ ਅੰਦਰ ਆਤਮਾ ਹੈ। ਪਰਮਾਤਮਾ ਕਿੱਥੇ ਵਸ ਰਿਹਾ? ਉਸ ਆਤਮਾ ਦੇ ਵਿੱਚ ਵਸ ਰਿਹਾ। ਉਸ ਆਤਮਾ ਦੇ ਵਿੱਚ ਵਸ ਰਿਹਾ। ਇਸ ਲਈ ਆਤਮ ਵਸ ਹੈ। ਵਸ ਮਨੇ ਵਸਣਾ। ਤੂੰ ਆਤਮਾ ਦੇ ਵਿੱਚ ਵਸਦਾ ਹੈ। ਜਸ ਕੇ ਜਸ ਹੈ, ਤੂੰ ਜਿਹੋ ਜਿਹਾ ਸੀ ਉਹੋ ਜਿਹਾ ਹੀ ਹੈ। ਵੀ ਤੇਰੇ 'ਚ ਬਦਲਾਅ ਨਹੀਂ ਆਇਆ। ਤੂੰ ਜਦੋਂ ਆਪਣੇ ਆਪ ਨੂੰ ਬਣਾਇਆ, ਉਦੋਂ ਜਿਹੋ ਜਿਹਾ ਸੀ ਤੂੰ, ਹੁਣ ਵੀ ਉਹੋ ਜਿਹਾ ਹੀ ਹੈ। ਜਸ ਕੇ ਜਸ ਹੈ, ਵੀ ਜੈਸੇ ਕਾ ਤੈਸਾ, ਜਿਵੇਂ ਕਹਿੰਦਾ ਪਿਆ। ਜਿਹੋ ਜਿਹਾ ਤੂੰ ਸੀ, ਹੁਣ ਵੀ ਉਹੋ ਜਿਹਾ ਹੀ ਹੈ। ਭਾਵ ਤੇਰੇ 'ਚ ਕੋਈ ਪਰਿਵਰਤਨ ਨਹੀਂ ਆਇਆ। ਆਪਾਂ ਕਿਸੇ ਬੰਦੇ 2-3 ਸਾਲਾਂ ਬਾਅਦ ਵੇਖੀਏ, ਆਪਾਂ ਨੂੰ ਲੱਗੂਗਾ ਇਹ ਬਹੁਤ ਚੇਂਜ ਆ ਗਈ ਹੈ। ਰੋਜ਼ ਕਿਸੇ ਨੂੰ ਵੇਖਦੇ ਰਹੋ, ਉਹ ਨਹੀਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ ਇਹ ਮੋਟਾ ਹੋ ਰਿਹਾ ਕਿ ਪਤਲਾ ਹੋ ਰਿਹਾ। ਕੁਝ ਸਾਲਾਂ ਬਾਅਦ ਮਿਲੀਏ ਤਾਂ ਅਗਲਾ ਕਹੇਗਾ ਹਾਂਜੀ ਉਹ ਤੂੰ ਤਾਂ ਬੜਾ ਜਵਾਨ ਹੋ ਗਿਆ ਵੀ ਹੈ, ਤੇ ਜੇ ਦਾੜੀ ਆ ਗਈ ਵੀ ਹੈ, ਉਹ ਤੈਨੂੰ ਕੀ ਹੋ ਗਿਆ, ਤੂੰ ਬੜਾ ਪਤਲਾ ਹੋ ਗਿਆ। ਇਹ ਰੋਜ਼ ਆਪਾਂ ਵੇਖਦੇ ਹਾਂ, ਉਹਨਾਂ ਨਹੀਂ ਪਤਾ ਲੱਗਦਾ। ਜਦੋਂ ਕਈ ਸਮੇਂ ਬਾਅਦ ਵੇਖੀ ਫਿਰ ਪਤਾ ਲੱਗਦਾ ਪਰਿਵਰਤਨ ਆ ਗਿਆ ਹੈ। ਪਹਿਲਾਂ ਪਰਿਵਰਤਨ ਆ ਗਿਆ। ਪਰਮਾਤਮਾ 'ਚ ਕੋਈ ਪਰਿਵਰਤਨ ਨਹੀਂ ਆਉਂਦਾ। ਉਹ ਜਿਹੋ ਜਿਹਾ ਸੀ ਜਦੋਂ ਬਣਿਆ ਸੀ, ਉਹੋ ਜਿਹਾ ਹੀ ਹੁਣ ਵੀ ਹੈ। ਫਿਰ ਦੇਖੋ, ਪਰਮਾਤਮਾ ਹੈ, ਤੂੰ ਸਭ ਤੋਂ ਵੱਡੀ ਆਤਮਾ ਹੈ। ਪਰਮ ਸਭ ਤੋਂ ਵੱਡੀ ਨੂੰ ਕਹਿੰਦੇ। ਤੂੰ ਆਤਮਾਵਾਂ ਦੇ ਵਿੱਚੋਂ ਸਭ ਤੋਂ ਵੱਡੀ ਆਤਮਾ ਹੈ। ਸਰਬਾਤਮ ਹੈ, ਤੂੰ ਸਾਰਿਆਂ ਦੀ ਆਤਮਾ ਹੈ। ਸਾਰੀਆਂ ਆਤਮਾਵਾਂ ਤੇਰੇ ਤੇ ਬਣੀਆਂ ਨੇ, ਇਸ ਲਈ ਤੂੰ ਸਭ ਦੀ ਆਤਮਾ ਹੈ। ਆਤਮ ਵਸ ਹੈ, ਤੂੰ ਸਾਰੀਆਂ ਆਤਮਾਵਾਂ ਦੇ ਵਿੱਚ ਵਸਦਾ ਹੈ। ਸਾਰੀਆਂ ਆਤਮਾਵਾਂ ਦੇ ਵਿੱਚ ਤੂੰ ਵਸਦਾ ਹੈ।
इसलिए घट घट वासी सर्व निवासी वो हर एक दे विच वसदा है। हालांकि जी कित्थे वसदा जी? बाहां 'च वसदा है कि ढिड 'च वसदा है कि छाती 'च वसदा है कि सिर 'च वसदा है? वो साड़ी आत्मा 'च वसदा है। आत्मा ते मन दो ऐसियां चीज़ां ने जिन्हों कोई भी यंत्र नहीं वेख सकता। कोई ऐसी मशीन नहीं बनी जिहड़ी मन अते आत्मा नूं वेख सके। पर ये सारे कहंदे ने मन अते आत्मा नूं सारे मनदे ने, पर ये अज तक किसी नूं नहीं दिसी ते ना ही किसी नूं पता है किहो जिही है। जिवें परमात्मा है किहो जिहा किसी नूं भी नहीं पता, किसी नहीं पता। आत्मा का की रूप है, मन का की रूप है, किसी नूं कुछ नहीं पता। पर ये दोनों चीज़ां हैगी। वो जी अज मेरा मन नहीं मनदा, इस काम नूं मेरा मन नहीं मनदा। कई दिल कहते मेरा दिल नहीं मनदा। एक्चुअली दिल तो एक हार्ट है, इन्हूं तो वेख्या जा सकदा। मन फीलिंग है। मन की है? जिन्ने साढ़े चंगे मंदे विचार ने वो सारे मन च हुंदे ने। जिन्ने असी कर्म हुण तक कीते ने उन्हां सारिਆਂ ਦਾ प्रभाव भी मन च है। क्योंकि जदों कोई मनुख मरदा है ਉਹਦੇ ਵਿੱਚੋਂ एक सूक्ष्म शरीर निकलदा। आ शरीर ते दिस ਰਿਹਾ हू बहू ਇਹੋ ਜਿਹੇ ਵਿੱਚੋਂ एक शरीर निकलदा पर वो दिसदा नहीं है। वो उन्हां नूं दिसदा है जिस दी दिव्य दृष्टि खुली होवे। एक बंदा कहता मैं अपने रिश्तेदार पता लगा भी मरन वाला मैं गया तो वो मर गया। वो जिहड़ा उहदा सूक्ष्म शरीर से उहनूं कुटण लग गए, उहनूं कुटण लग गए। मैं कहा भी तो बंदा बड़ा धार्मिक सी ते तुसीं इहनूं कुट क्यों रहे हो? कहंदा पता की करदा सी? लोग ना जोत लई घिओ दे के जांदे सी। ਇਹ ਕੀ ਕਰਦੇ ਸਨ? जिन्ना घिओ बच जाता सी आपस च वंड लिया करते सन। फलाने अफसर दे इन्ने किलो, फलाने का इन्ना, फलाने का हिस्से पा के अपने घर वाले दे ये परौंठे बड़ा बड़ा खाते सन। कहते ये जोत वाले घिओ दे परौंठे बड़ा बड़ा खांदा, इसलिए तो कटापा हो रहा। ये कटापा हो रहा। जे कोई सुन रहा है तो जोत का घिओ घर नूं लैके जांदा, फिर तैयार हो तुसीं भी। गुरु की चीज़ घर नहीं वरती दिंदी अपने लिए। ਤਾਂ ਹੀ ਕਹਿੰਦੇ ਪੂਜਾ ਦਾ ਧਾਨ ਖਾਣਾ ਮਨਾ ਕੀਤਾ ਹੋਇਆ। ਪੂਜਾ ਦਾ ਧਾਨ ਖਾਣਾ ਇਹ ਠੀਕ ਨਹੀਂ ਹੈ। ਗੁਰੂ ਜੋ ਜਿਵੇਂ ਗੋਲਕ ਦੇ ਜੋ ਪੈਸੇ ਨੇ ਇਹ ਕਿਸੇ ਨੂੰ ਆਪਣੇ 'ਤੇ ਵਰਤਣ ਦਾ ਅਧਿਕਾਰ ਨਹੀਂ ਹੈਗਾ। ਜੇ ਵਰਤੇਗਾ ਤਾਂ ਫਿਰ ਜਮਦੂਤਾਂ ਤੋਂ ਛਿੱਤਰ ਖਾਏਗਾ। ਆ ਜਿਹੜੇ ਗੋਲਕਾਂ ਚੱਕ ਕੇ ਲੈ ਜਾਂਦੇ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੋਣਾ। ਮੈਂ ਕਈ ਵਾਰੀ ਸੋਚਦਾ ਆਪਾਂ ਕਿਸੇ ਦੇ ਘਰ ਚੋਰੀ ਕਰ ਲਈਏ ਤੇ ਸ਼ਾਇਦ ਗੁਰੂ ਤੋਂ ਜ ਬਖਸ਼ਵਾ ਲਈ ਹੈ। ਤੇ ਜੇ ਹੁਣ ਗੁਰੂ ਦੀ ਚੋਰੀ ਕਰ ਲਈ ਤੇ ਉਹ ਫਿਰ ਹੁਣ ਕਿੱਥੋਂ ਬਖਸ਼ਾਵਾਂਗੇ? ਹਾਲਾਂਕਿ ਤੂੰ ਤਾਂ ਮੈਨੂੰ ਨਹੀਂ ਛੱਡਿਆ, ਤੂੰ ਤਾਂ ਮੈਨੂੰ ਹੀ ਨਹੀਂ ਛੱਡਿਆ। ਉਹਨੂੰ ਤਾਂ ਕਿਤੇ ਬਖਸ਼ਣ ਵਾਲੀ ਕੋਈ ਨਹੀਂ। ਉਹ ਇਹੋ ਜਿਹੇ ਬੰਦੇ ਨੂੰ ਤਾਂ ਕਿਸੇ ਨੇ ਬਖਸ਼ਣਾ ਹੀ ਨਹੀਂ ਹੈਗੇ। ਇਸੇ ਗੁਰੂ ਘਰ ਦੀ ਕੋਈ ਵੀ ਚੀਜ਼ ਘਰਾਂ ਨੂੰ ਨਹੀਂ ਲਿਜਾਈ ਦੀ ਹੁੰਦੀ। गुरु घर ਦੀਆਂ ਚੀਜ਼ਾਂ ਇਸ ਤਰ੍ਹਾਂ ਐਵੇਂ ਨਹੀਂ ਖਾਈ ਦੀਆਂ ਹੁੰਦੀਆਂ। ਹੁਣ ਮੈਂ ਆਪਣਾ ਹਾਲਾਂਕਿ ਗੁਰੂ ਘਰ ਲਈ ਵੈਸੇ ਦੁੱਧ ਮੰਗਵਾਉਂਦੇ ਹਾਂ, ਮਜ਼ਦੂਰ ਲੱਗੇ ਕੰਮ ਕਰਦੇ, ਪਰ ਮੈਂ ਆਪਣਾ ਦੁੱਧ ਆਪ ਮੰਗਵਾਉਣਾ। ਫਿਰ ਇਹ ਨਹੀਂ ਹੈਗਾ ਵੀ ਹਾਂ ਇਹ ਗੁਰਦੁਆਰੇ ਦਾ ਦੁੱਧ ਹੈ ਮੈਂ ਵੀ ਚਾਹ ਬਣਾ ਕੇ ਪੀਵੀ ਜਾਂ ਗਲਾਸ ਭਰ ਭਰ ਕੇ ਪੀਵੀ ਜਾਂ। ਹਿਸਾਬ ਕੌਣ ਦੇਗਾ? ਮੈਂ ਆਪਣਾ ਦੁੱਧ ਆਪ ਮੰਗਵਾਉਣਾ, ਅੱਡ ਪੈਸੇ ਦੇਣਾ। ਮੈਂ ਗੁਰਦੁਆਰੇ ਦੇ ਦੁੱਧ 'ਚ ਇੱਕ ਕੱਪ ਚਾਹ ਵੀ ਨਹੀਂ ਪੀਂਦਾ। हाँ संगत बैठी है, अपन उन्होंने चाह वरताई है, वो बैठ के तुसी पी लो, उसका कोई भार नहीं है। वो तो संगत रूप च है ना। संगत रूप लंगर छक रहे हो तुसी, चाह पानी पी रहे हो, दुध पी रहे हो, खा पी रहे हो, वो कोई नहीं भार होंदा। दे के गया संगत लई है तो उन्होंने मैं अपने लिए वरती जावां फिर वो भार चढ़ता है। इसलिए उन्होंने कहते पूजा का धान ग्रंथी सिंह नूं गुरुद्वारे वाला पूजा का धान खाना मना है। उन्होंने तनख्वाह मिलती है, अपनी तनख्वाह चो खरीद के जो मर्जी खाओ पियो। इसलिए गुरु महाराज कहते
परमात्मा है। हे परमात्मा तू सब तो वड्डी आत्मा है। सर्वात्म है, तू सब दी आत्मा है। आत्म बस है, तू सारियां आत्मा दे विच वसदा है। जस के जस है, तू जेहो जिहा सी ओहो जिहा हुण भी है। सत्कारयोग साध संगत, समा हो गया। वाहिगुरू जी का खालसा, वाहिगुरू जी की फतेह।